ਅਸੀਂ ਇਹਨਾਂ ਦਿਨਾਂ ਦੇ ਵਿੱਚ ਉਤਪਤਦਾਇ ਵਿੱਚ ਦੀ ਲੰਘਦੇ ਪਏ ਹਾਂ ਔਰ ਹਿਊਮੈਨਿਟੀ ਇਹ ਇੱਕ ਇਨਸਾਨੀਅਤ ਦੀ ਕਹਾਣੀ ਹੈ ਜੋ ਅਸੀਂ ਦੇਖਦੇ ਪਏ ਹਾਂ। ਇਨਸਾਨੀਅਤ ਦੇ ਨਾਲ ਪ੍ਰਭੂ ਕਿਸ ਤਰ੍ਹਾਂ ਚੱਲਿਆ ਅਸੀਂ ਇਹ ਦੇਖਦੇ ਪਏ ਹਾਂ। ਅਸੀਂ ਪ੍ਰਭੂ ਦੀ ਬਰਦਾਸ਼ਤ ਦੇਖਦੇ ਪਏ ਹਾਂ, ਪਰ ਅਸੀਂ ਇਸ ਦੇ ਨਾਲ ਨਾਲ ਇਹ ਵੀ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਹਰ ਸਮੇਂ ਆਪਣੇ ਲੋਕ ਆਪਣੇ ਲਾਗੇ ਰੱਖੇ। ਉਸਨੇ ਆਪਣਾ ਦੀਵਾ ਧਰਤੀ ਤੋਂ ਬੁਝਣ ਨਹੀਂ ਦਿੱਤਾ। ਬੇਸ਼ੱਕ ਬੈਰੀ ਨੇ ਜਿੰਨੀਆਂ ਮਰਜ਼ੀ ਫੂਕਾਂ ਮਾਰੀਆਂ, ਪਰ ਪ੍ਰਭੂ ਨੇ ਆਪਣਾ ਦੀਵਾ ਬੁਝਣ ਨਹੀਂ ਦਿੱਤਾ। ਸੋ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਐਸੇ ਇਨਸਾਨ ਨੂੰ ਦੇਖਿਆ ਸੀ ਜਿਸ ਦੀ ਸ਼ੁਰੂਆਤ ਬਹੁਤ ਚੰਗੀ ਸੀ, ਜਿਸ ਦਾ ਨਾਮ ਬਰਕਤ ਸੀ। ਉਸ ਵੇਲੇ ਮਾਵਾਂ ਆਪਣੇ ਬੱਚਿਆਂ ਨੂੰ ਬਰਕਤ ਦਿੰਦੀਆਂ ਸੀ ਉਹਦਾ ਨਾਮ ਲੈ ਕੇ। ਔਰ ਅੱਜ ਅਸੀਂ ਥੋੜਾ ਜਿਹਾ ਉਸਦੀ ਜ਼ਿੰਦਗੀ ਦੇ ਵਿੱਚ ਹੋਰ ਜਾਵਾਂਗੇ ਕਿ ਉਹ ਕਿਸ ਤਰ੍ਹਾਂ ਕਨਫਿਊਜ਼ਨ, ਕਿਸ ਤਰ੍ਹਾਂ ਉਹ ਭੌਂਚਲ ਦੇ ਵਿੱਚ ਪਾ ਲਿਆ ਉਸਨੂੰ ਵੈਰੀ ਨੇ, ਜਿਸ ਲਈ ਲੋਕਾਂ ਨੇ ਉਸਨੂੰ ਆਪਣਾ ਰਾਜਾ ਬਣਾ ਲਿਆ। ਔਰ ਕਿਸ ਤਰ੍ਹਾਂ ਉਸਦਾ ਧਿਆਨ ਇਸ ਚੀਜ਼ ਦੇ ਉੱਤੇ ਲਾਤਾ ਕਿ ਧਰਤੀ ਦੇ ਉੱਤੇ ਤੂੰ ਪਰਮੇਸ਼ਵਰ, ਤੂੰ ਦੇਵਤਾ ਹੈ। ਔਰ ਇਸ ਦੀਆਂ ਜਿਹੜੀਆਂ ਸਾਨੂੰ ਲਿਖਤਾਂ ਮਿਲਦੀਆਂ ਹੈਗੀਆਂ ਉਹ ਆਰਕੀਓਲੋਜੀ ਹੁੰਦੀ, ਜਿਸ ਵੇਲੇ ਉਹ ਪੱਟਦੇ ਆ ਤੇ ਚੀਜ਼ਾਂ, ਪੁਰਾਣੀਆਂ ਚੀਜ਼ਾਂ ਨੂੰ ਪੱਟਦੇ ਆ ਤੇ ਉਹਦੇ ਵਿੱਚੋਂ ਚੀਜ਼ਾਂ ਮਿਲਦੀਆਂ। ਔਰ ਉਸ ਸਮੇਂ ਦੇ ਵਿੱਚ ਜਿਹੜੇ ਸੁਮੇਰੀਅਨ ਟੈਕਸਟ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਗਈਆਂ ਉਹ ਜਰਮਨ ਦੇ ਇੱਕ ਆਰਕੀਓਲੋਜਿਸਟ ਨੇ ਉਹ ਲੱਭੀਆਂ ਸੀ ਔਰ ਉਹ ਨਿੱਕੇ ਨਿੱਕੀਆਂ ਠੀਕਰੀਆਂ ਦੇ ਉੱਤੇ ਚੀਜ਼ਾਂ ਲਿਖੀਆਂ ਸੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਪਕਾਇਆ ਸੀ ਅੱਗ ਦੇ ਵਿੱਚ ਪਾ ਕੇ। ਸੋ ਉਹ ਇੱਕ ਤਰ੍ਹਾਂ ਦਾ ਪਰਮਾਨੈਂਟ ਰੈਕਡ ਸੀਗਾ, ਜਿਸ ਦੇ ਵਿੱਚ ਬਹੁਤ ਦੇਰ ਲੱਗੀ ਉਹਨਾਂ ਨੂੰ ਖੋਲਣ ਦੇ ਲਈ ਕਿ ਇਹ ਕੀ ਆ, ਕਿਹੜੀ ਲੈਂਗੁਏਜ ਆ। ਲੇਕਿਨ ਫਿਰ ਦੋ ਤਿੰਨ ਲੈਂਗੁਏਜਸ ਦੀ ਮਦਦ ਦੇ ਨਾਲ ਉਸਨੂੰ ਖੋਲਿਆ ਗਿਆ ਔਰ ਫਿਰ ਉੱਥੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਕਿ ਇਹ ਕਿਸ ਬੰਦੇ ਦੀ ਗੱਲ ਹੋ ਰਹੀ ਆ। ਤੇ ਉੱਥੇ ਨਿਮਰੋਦ ਦੀ ਬਾਦਸ਼ਾਹਤ ਦੀ ਗੱਲ ਬਹੁਤ ਜ਼ਿਆਦਾ ਹੋ ਰਹੀ ਆ ਔਰ ਕਿਸ ਤਰ੍ਹਾਂ ਉਸਦੇ ਕਈ ਨਾਮ ਜਿਹੜੇ ਉਸਨੂੰ ਦਿੱਤੇ ਗਏ ਔਰ ਕਈ ਦੇਵਤਿਆਂ ਦੇ ਨਾਮ ਉਸਨੂੰ ਦਿੱਤੇ ਗਏ। ਔਰ ਜਿਸ ਵੇਲੇ ਉਸਦੀ ਪਤਨੀ ਉਸਨੂੰ ਜਿਸ ਵੇਲੇ ਉਸਨੇ ਨਿਨਵਾ ਬਸਾਇਆ ਔਰ ਨਿਨਵਾ ਦੇ ਇਲਾਕੇ ਦੇ ਵਿੱਚ ਉਸਦੀ ਪਤਨੀ ਨੇ ਉਸਨੂੰ ਹੋਰ ਵੀ ਜ਼ਿਆਦਾ ਭੌਂਚਲ ਦੇ ਵਿੱਚ ਪਾ ਦਿੱਤਾ। ਸੋ ਨਿਨਵਾ ਸ਼ਹਿਰ ਜਿਹੜਾ ਬਸਾਇਆ ਸੀ ਸੀਰੀਆ ਦੇ ਵਿੱਚ, ਉਹ ਅਸੀਂ ਕੱਲ ਉਸ ਦੇ ਬਾਰੇ ਦੇਖਦੇ ਪਏ ਸੀ। ਲੇਕਿਨ ਇਸ ਤੋਂ ਪਹਿਲਾਂ ਹੁਣ ਅਸੀਂ ਅੱਗੇ ਜਾਈਏ, ਕਿਉਂਕਿ ਦੂਸਰਾ ਭਾਵ ਜਿਹੜਾ ਦੂਸਰਾ ਹਿੱਸਾ, ਪਹਿਲਾ ਹਿੱਸਾ ਅਸੀਂ ਜਿਸ ਲਈ ਹੜ੍ਹ ਖਤਮ ਹੋਇਆ ਸੀ ਉਸ ਲਈ ਖਤਮ ਕਰ ਦਿੱਤਾ। ਦੂਸਰਾ ਹਿੱਸਾ ਜਿਹੜਾ ਕਨਫਿਊਜ਼ਨ ਦਾ ਹਿੱਸਾ ਆ, ਇਹ ਜਿਹੜਾ ਹਿੱਸਾ ਆ ਇਹ ਅੱਜ ਦੇ 10 ਤੇ 11 ਚੈਪਟਰ ਦੇ ਵਿੱਚ ਇਹ ਖਤਮ ਹੋ ਜਾਏਗਾ ਔਰ ਫਿਰ ਜਿਹੜਾ ਤੀਸਰਾ ਹਿੱਸਾ ਆ ਉਹ ਅਸੀਂ ਅੱਜ ਸ਼ੁਰੂ ਕਰਾਂਗੇ। ਸੋ ਆਓ ਮੇਰੇ ਨਾਲ, ਅਸੀਂ ਜਿਹੜੀਆਂ ਚੀਜ਼ਾਂ ਕੱਲ ਮਿਸ ਕਰ ਗਏ ਸੀ ਔਰ ਉਹ ਸੀ ਵੰਸ਼ਾਵਲੀ, ਅਸੀਂ ਬਹੁਤ ਸਾਰੀ ਵੰਸ਼ਾਵਲੀ ਛੱਡ ਗਏ ਸੀ। ਸੋ ਅੱਜ ਅਸੀਂ ਜਿਹੜਾ 10ਵਾਂ ਚੈਪਟਰ ਆ ਉਸਨੂੰ ਬੇਸਿਕਲੀ ਦੁਆਰਾ ਪੜਾਂਗੇ ਇੱਕ ਵਾਰੀ ਔਰ ਉਸ ਦੇ ਵਿੱਚੋਂ ਅਸੀਂ ਦੇਖਾਂਗੇ ਕਿ ਨੂਹ ਦੇ 3 ਪੁੱਤਰ ਸੈਮ, ਹਾਮ ਔਰ ਉਸਦਾ ਜਿਹੜਾ ਸਭ ਤੋਂ ਜਿਹੜਾ ਛੋਟਾ ਪੁੱਤਰ ਸੀਗਾ ਸੈਮ, ਹਾਮ ਅਤੇ ਯਾਫਤ ਜਿਹੜਾ ਸੀਗਾ, ਪਰ ਹਾਮ ਸਭ ਤੋਂ ਛੋਟਾ ਸੀ। ਉਸ ਤੋਂ ਉਹਨਾਂ ਤੋਂ ਕਿਹੜੇ ਵੰਸ਼ ਪੈਦਾ ਹੋਏ ਤੇ ਉਹ ਕਿੱਧਰ ਨੂੰ ਗਏ। ਸੋ ਆਓ ਅਸੀਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਦੇਖੀਏ ਔਰ ਇਸ ਵੰਸ਼ਾਵਲੀ ਨੂੰ ਦੇਖੀਏ, ਫਿਰ ਅਸੀਂ ਕੀ ਬਤਾਂਗੇ। ਸੋ 10ਵਾਂ ਚੈਪਟਰ ਜਿਸ ਨੂੰ ਮਿਲ ਜਾਏ ਉਹ ਇਸ ਨੂੰ ਮੈਂ ਪੜ੍ਹ ਦਿੰਦਾ ਪਾਸਟਰ ਜੀ। ਗੋ ਅਹੈਡ ਮੇਰੇ ਵੀਰਾ ਜੀ। ਸਾਰਿਆਂ ਨੂੰ ਜੈ ਮਸੀਹ ਦੀ। ਸਫਾ ਹੈਗਾ 12 ਪੁਰਾਣੇ ਨੇਮ ਦਾ। ਨੂਹ ਦਾ ਵੰਸ਼। ਨੂਹ ਦੇ 3 ਪੁੱਤਰਾਂ ਸ਼ੇਮ, ਹਾਮ ਅਤੇ ਯਾਫਤ ਦੇ ਵੰਸ਼ ਦਾ ਲੇਖਾ ਇਸ ਤਰ੍ਹਾਂ ਦਾ ਹੈ ਜੋ ਹੜ੍ਹ ਦੇ ਪਿੱਛੋਂ ਪੈਦਾ ਹੋਇਆ। ਯਾਫਤ ਦੇ ਪੁੱਤਰਾਂ ਦੇ ਇਹ ਨਾਂ ਸਨ: ਗੋਮਰ, ਮਗੋਗ, ਮਾਦਈ, ਯਾਵਾਨ, ਤੂਬਲ, ਮਸਕਾ ਅਤੇ ਤੀਰਾਸ। ਗੋਮਰ ਦੇ ਅੱਗੇ ਪੁੱਤਰਾਂ ਦੇ ਨਾਂ ਇਹ ਸਨ: ਅਸ਼ਕੰਜ, ਰੀਫਤ ਅਤੇ
ਤੋਗਰਮਾ। ਯਾਵਾਨ ਦੇ ਪੁੱਤਰਾਂ ਦੇ ਨਾਂ ਇਹ ਸਨ ਅਲੀਸਾ, ਤਰਸੀਸ, ਕਿਤੀਮ ਅਤੇ ਦੋਦਾਨੀਮ। ਇਹਨਾਂ ਸਭ ਦੇ ਵੰਸ਼ ਨੇ ਹੀ ਸਮੁੰਦਰੀ ਕੰਢੇ ਨਾਲ ਲੱਗਦੇ ਟਾਪੂਆਂ ਨੂੰ ਵਸਾਇਆ, ਪਰ ਇਹ ਸਭ ਯਾਫਤ ਦਾ ਵੰਸ਼ ਸੀ। ਹਰ ਕਿਸੇ ਦੀ ਆਪਣੀ ਆਪਣੀ ਕੁੱਲ ਅਤੇ ਬੋਲੀ ਸੀ। ਹਾਮ ਦੇ ਪੁੱਤਰਾਂ ਦੇ ਇਹ ਨਾਂ ਸਨ ਕੂਸ਼, ਮਿਸਰੈਮ, ਪੂਟ ਅਤੇ ਕਨਾਨ। ਕੂਸ਼ ਦੇ ਪੁੱਤਰਾਂ ਦੇ ਇਹ ਨਾਂ ਸਨ ਸਬਾ, ਹਵੀਲਾ, ਸਬਤਾ, ਰਾਮਾ ਅਤੇ ਸਬਤਕਾ। ਰਾਮਾ ਦੇ ਪੁੱਤਰਾਂ ਦੇ ਨਾਂ ਸਬਾ ਅਤੇ ਦਦਾਨ ਸਨ। ਕੂਸ਼ ਦੇ ਇੱਕ ਪੁੱਤਰ ਦਾ ਨਾਂ ਨਿਮਰੋਦ ਸੀ, ਜੋ ਸਭ ਤੋਂ ਪਹਿਲਾਂ ਸੰਸਾਰ ਭਰ ਵਿੱਚ ਇੱਕ ਸੂਰਮੇ ਦੇ ਰੂਪ ਵਿੱਚ ਪ੍ਰਸਿੱਧ ਹੋਇਆ। ਉਹ ਪ੍ਰਭੂ ਦੀ ਕਿਰਪਾ ਨਾਲ ਇੱਕ ਵੱਡਾ ਸ਼ਿਕਾਰੀ ਸੀ। ਉਸ ਦੇ ਨਾਂ ਦੀ ਇਹ ਕਹਾਵਤ ਵੀ ਬਣੀ, ਨਿਮਰੋਦ ਵਾਂਗ ਤੂੰ ਇੱਕ ਬਹਾਦਰ ਸ਼ਿਕਾਰੀ ਬਣੇ। ਉਸ ਦਾ ਰਾਜ ਬਾਬਲ ਤੋਂ ਆਰੰਭ ਹੋ ਕੇ ਅਰਕ, ਅਕਦ ਅਤੇ ਕਲਨੇ ਤੱਕ ਸੀ। ਇਹਨਾਂ ਸਭ ਦਾ ਸੰਬੰਧ ਸ਼ਿਨਾਰ ਦੀ ਧਰਤੀ ਨਾਲ ਸੀ। ਉੱਥੋਂ ਹੀ ਉਹ ਅਸ਼ੂਰ ਦੇਸ਼ ਵਿੱਚ ਗਿਆ ਅਤੇ ਉਸਨੇ ਨੀਨਵਾ, ਰਹੋਥੋਥ, ਈਰ ਅਤੇ ਕਾਲਾ ਨਗਰਾਂ ਦੀ ਉਸਾਰੀ ਕੀਤੀ। ਉਸਨੇ ਨੀਨਵਾ ਅਤੇ ਕਾਲਾ ਦੇ ਵਿਚਕਾਰ ਇੱਕ ਹੋਰ ਵੱਡੇ ਨਗਰ ਰਸ਼ਨ ਦੀ ਉਸਾਰੀ ਕੀਤੀ। ਮਿਸਰੈਮ ਇਸ ਦਾ ਵੰਸ਼। ਇਹ ਲੋਕ ਸਨ ਲੂਦੀ, ਅਨਾਮੀ, ਲਹਾਬੀ ਅਤੇ ਨਫਤੂਹੀ, ਪਤਰੂਸੀ ਅਤੇ ਕੁਸਲੂਹੀ, ਜਿਨ੍ਹਾਂ ਤੋਂ ਅੱਗੇ ਫਲਿਸਤੀਆਂ ਅਤੇ ਕਫਤੋਰੀਆਂ ਦਾ ਵੰਸ਼ ਚੱਲਿਆ। ਕਨਾਨ ਦਾ ਜੇਠਾ ਪੁੱਤਰ ਸਿਦੋਨ ਸੀ। ਉਸ ਦੇ ਬਾਕੀ ਪੁੱਤਰਾਂ ਦੇ ਨਾਂ ਇਹ ਹਨ ਯਬੂਸੀ, ਅਮੋਰੀ, ਗਿਰਗਾਸੀ, ਹਿਵੀ, ਅਰਕੀ, ਸੀਨੀ। ਅਰਵਾਦੀ, ਸਮਾਰੀ ਅਤੇ ਹਮਾਤੀ। ਇਸ ਦੇ ਪਿੱਛੋਂ ਕਨਾਨ ਦੇ ਵੰਸ਼ ਦੇ ਲੋਕ ਕਈ ਦੇਸ਼ਾਂ ਵਿੱਚ ਫੈਲ ਗਏ। ਕਨਾਨੀਆਂ ਦੀਆਂ ਹੱਦਾਂ ਇੱਕ ਪਾਸੇ ਸਿਦੋਨ ਤੋਂ ਗਰਾਰ ਦੀ ਵੱਲ ਅਜਰ ਤੱਕ ਸਨ ਅਤੇ ਦੂਜੇ ਪਾਸੇ ਸਦੂਮ, ਅਮੂਰਾ, ਅਦਮਾ, ਸਬੋਈਮ ਅਤੇ ਲਾਸ਼ਾ ਤੱਕ ਸਨ। ਇਹ ਹੇਮ ਦੇ ਪੁੱਤਰਾਂ ਦੇ ਵੰਸ਼, ਭਾਸ਼ਾ, ਧਰਤੀ ਦੇ ਕੌਮਾਂ ਸਨ। ਸ਼ੇਮ ਯਾਫਤ ਦਾ ਵੱਡਾ ਭਰਾ ਸੀ। ਉਹ ਏਬਰ ਦੇ ਸਾਰੇ ਵੰਸ਼ ਦਾ ਪਿਤਾ ਸੀ। ਉਸ ਦੇ ਪੁੱਤਰਾਂ ਦੇ ਨਾਂ ਇਹ ਸਨ ਏਲਮ, ਅਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ। ਅਰਾਮ ਦੇ ਪੁੱਤਰਾਂ ਦੇ ਨਾਂ ਇਹ ਸਨ ਊਸ, ਹੂਲ, ਗਥਰ ਅਤੇ ਮਸ਼। ਅਰਪਕਸ਼ਦ ਦੇ ਪੁੱਤਰਾਂ ਦੇ ਨਾਂ ਇਹ ਸਨ ਮਾਲਾ ਅਤੇ ਏਬਰ। ਏਬਰ ਦੇ ਦੋ ਪੁੱਤਰ ਸਨ ਪਲਗ, ਜਿਸ ਦੇ ਸਮੇਂ ਸੰਸਾਰ ਭਰ ਦੇ ਲੋਕਾਂ ਦੀ ਵੰਡ ਹੋਈ ਸੀ। ਉਸ ਦੇ ਭਰਾ ਦਾ ਨਾਂ ਯਾਕਟਾਨ ਸੀ। ਯਾਕਟਾਨ ਦੇ ਪੁੱਤਰਾਂ ਦੇ ਨਾਂ ਇਹ ਸਨ ਅਲਸੋਦਾਦ, ਸਾਲਫ, ਹਸਰ ਮਾਵਤ, ਯਾਰਾ, ਹਦੋਰਾਮ, ਉਜਾਲ, ਦਿਕਲਾ, ਉਬਾਲ, ਅਬੀਮਾਏਲ, ਸ਼ਬਾ, ਓਫਿਰ, ਹਵੀਲਾ ਅਤੇ ਯੋਬਾਬ। ਇਹ ਸਭ ਯਾਕਟਾਨ ਦੇ ਵੰਸ਼ ਦੇ ਲੋਕ ਸਨ। ਉਹ ਮੇਸ਼ਾ ਦੇ ਇਲਾਕੇ ਤੋਂ ਲੈ ਕੇ ਪੂਰਬ ਵਿੱਚ ਸਫਾਰ ਦੇ ਪਹਾੜ ਤੱਕ ਫੈਲੇ ਇਲਾਕਿਆਂ ਵਿੱਚ ਰਹਿੰਦੇ ਸਨ। ਇਹ ਸ਼ੇਮ ਦੇ ਵੰਸ਼ ਦਾ ਲੇਖਾ ਹੈ, ਜਿਸ ਦੇ ਲੋਕ ਆਪਣੇ ਦੇਸ਼ ਵਿੱਚ ਰਹਿੰਦੇ ਅਤੇ ਆਪਣੀ ਆਪਣੀ ਬੋਲੀ ਬੋਲਦੇ ਸਨ। ਇਹ ਨੂਹ ਦੇ ਪੁੱਤਰਾਂ ਤੋਂ ਪੈਦਾ ਹੋਏ ਵੰਸ਼ ਦਾ ਲੇਖਾ ਹੈ, ਜਿਸ ਤੋਂ ਅੱਗੇ ਹਰ ਕੌਮ ਨੇ ਆਪਣੀ ਨਸਲ ਅਨੁਸਾਰ ਜਨਮ ਲਿਆ ਅਤੇ ਉਹ ਹੜ੍ਹ ਦੇ ਪਿੱਛੋਂ ਸਾਰੀ ਧਰਤੀ ਤੇ ਫੈਲ ਗਏ। ਬਚਨ ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਕੁਛ ਇੱਕ ਨਾਮ ਇੱਥੇ ਐਸੇ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਜਿਸ ਵੇਲੇ ਅਸੀਂ ਦੂਸਰੀ ਆਇਤ ਦੇ ਵਿੱਚ ਆਉਂਦੇ ਹਾਂ ਤੇ ਉੱਥੇ ਮਗੋਗ ਦਾ ਨਾਂ ਲਿਆ ਜਾਂਦਾ। ਗੋਗ ਔਰ ਮਗੋਗ ਜਿਹੜਾ ਸੀਗਾ ਇਹ ਉਹ ਲੋਕ ਸੀਗੇ ਜਿਨ੍ਹਾਂ ਨੇ ਰਸ਼ੀਆ ਦਾ ਇਲਾਕਾ ਵਸਾਇਆ। ਇਹ ਸਾਨੂੰ ਕਿੱਥੋਂ ਪਤਾ? ਇਹ ਸਾਨੂੰ ਪ੍ਰਕਾਸ਼ ਦੀ ਪੋਥੀ ਤੋਂ ਪਤਾ, ਕਿਉਂਕਿ ਪ੍ਰਕਾਸ਼ ਦੀ ਪੋਥੀ ਦੇ ਵਿੱਚ ਇਹ ਦੱਸਿਆ ਗਿਆ ਕਿ ਗੋਗ ਔਰ ਮਗੋਗ ਦੇ ਜਿਹੜੇ ਲੋਕ ਆ ਉਹ ਉਸ ਵੇਲੇ ਜਰੂਸਲਮ ਦੇ ਉੱਤੇ ਹਮਲਾ ਬੋਲਣ ਆਉਣਗੇ। ਔਰ ਉਸ ਤੋਂ ਬਾਅਦ ਜਿਸਲੇ ਅਸੀਂ ਅੱਗੇ ਜਾਂਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਕਨਾਨ ਦੇ ਪੁੱਤਰਾਂ ਦੇ ਨਾਂ ਤੇ 15ਵੀਂ ਆਇਤ ਦੇ ਵਿੱਚ ਜਿਹੜਾ ਇੱਕ ਨਾਂ ਦੱਸਿਆ ਗਿਆ ਗਿਰਗਾਸੀ, ਜਿਨ੍ਹਾਂ ਨੇ ਜਰੂਸਲਮ ਵਸਾਇਆ। ਉਹ ਗਿਰਗਾਸੀਆਂ ਦੀ ਧਰਤੀ ਸੀ ਜਿਹੜੀ ਦਾਊਦ ਨੇ ਫਤਿਹ ਕੀਤੀ ਸੀ।
ਉਸ ਤੋਂ ਬਾਅਦ ਜਿਸਲੇ ਅਸੀਂ ਨਾਮਾਂ ਦੇ ਵਿੱਚ ਅੱਗੇ ਜਾਂਦੇ ਹਾਂ ਤੇ ਫਿਰ ਸਾਨੂੰ 19ਵੀਂ ਆਇਤ ਦੇ ਵਿੱਚ ਆਉਂਦਾ ਕਿ ਕਨਾਨੀਆਂ ਦੀਆਂ ਹੱਦਾਂ ਦੇ ਇੱਕ ਪਾਸੇ ਸਿਦੋਨ ਅਤੇ ਗਰਾਰ ਦੇ ਅਤੇ ਅਜਰ ਸਨ ਅਤੇ ਦੂਜੇ ਪਾਸੇ ਸਦੂਮ, ਅਮੂਰਾ ਅਤੇ ਅਦਮਾ ਸਨ। ਸੋ ਅਸੀਂ ਸੋਡਮ ਔਰ ਅਮੋਰਾ ਬਾਰੇ ਅਸੀਂ ਗਾਂ ਜਾ ਕੇ ਪੜ੍ਹਨਾ। ਸੋ ਸਾਨੂੰ ਇੱਥੇ ਪਤਾ ਲੱਗਦਾ ਕਿ ਕਨਾਨੀ ਜਿਹੜੀ ਕਨਾਨ ਦੀ ਔਲਾਦ ਸੀ ਉਹ ਸਾਡਮ ਤੇ ਗਮੋਰਾ ਦੇ ਵਿੱਚ ਬਸੀ ਸੀ। ਔਰ ਉਸ ਤੋਂ ਬਾਅਦ ਅਸੀਂ ਜਿਸਦੇ ਯਾਫਤ ਦੇ ਵਿੱਚ ਆਉਂਦੇ ਹਾਂ ਤਾਂ ਇਹ ਤਾਂ ਫਿਰ ਸਾਰੀ ਪ੍ਰਭੂ ਦੀ ਆਪਣੀ ਵੰਸ਼ਾਵਲੀ ਦੇ ਵਿੱਚ ਆ ਜਾਂਦੀ ਹੈ। ਅਸੀਂ ਇਹ ਸਾਰੇ ਨਾਂ ਜਿਸ ਤਰ੍ਹਾਂ ਕਿ ਸ਼ਮ ਦਾ ਨਾਂ ਅਸੀਂ ਪੜ੍ਹਦੇ ਹਾਂ ਤੇ ਉਹ ਨੋਹਾ ਦਾ ਪੁੱਤਰ ਸੀ, ਉਹਦਾ ਜਿਹੜਾ ਪੁੱਤਰ ਸੀ ਅਰਫਸ਼ਦ ਸੀ। ਫਿਰ ਅਸੀਂ ਗਾਂ ਜਾ ਕੇ ਪਲਗ ਦਾ ਨਾਂ ਪੜ੍ਹਦੇ ਹਾਂ। ਪਹਿਲਕ ਤੋਂ ਬਾਅਦ ਅਸੀਂ ਜਿਹੜੇ ਨਾਂ ਆਉਂਦੇ ਹੈਗੇ ਉਹ ਅਰਫਸ਼ਦ, ਏਬਰ, ਪਲਗ, ਨਾਹੌਰ, ਤਾਰਾ ਤੇ ਅਬਰਾਹਮ, ਇਹ ਉਹਨਾਂ ਦਾ ਲੇਖਾ। ਜਿਸ ਲਈ ਅਸੀਂ ਪਹਿਲੇ ਭਾਗ ਦੇ ਵਿੱਚ ਜਾਂਦੇ ਸੀਗੇ, ਪਿੱਛੇ ਗਏ ਸੀਗੇ, ਉੱਥੇ ਵੱਡੀ ਵੱਡੀ ਉਮਰ ਦੇ ਵਿੱਚ ਜਾ ਕੇ ਦੱਸਿਆ ਜਾਂਦਾ ਸੀ ਕਿ ਜਦੋਂ ਉਹ 170 ਸਾਲ ਦਾ ਸੀ ਤਾਂ ਉਹਦੇ ਘਰ ਪੁੱਤਰ ਨੇ ਜਨਮ ਲਿਆ। ਲੇਕਿਨ ਹੁਣ ਪ੍ਰਭੂ ਨੇ ਉਮਰਾਂ ਘਟਾ ਦਿੱਤੀਆਂ। ਹੁਣ ਪ੍ਰਭੂ ਨੇ ਇਹਨਾਂ ਨੂੰ ਜਿਹੜੀ ਉਮਰ ਦਿੱਤੀ ਆ ਉਹ 70 ਸਾਲ ਦੀ ਆ। ਅਗਾਂਹ ਜਾ ਕੇ ਅਸੀਂ ਉਸ ਨੂੰ ਪੜ੍ਹਨਾ। ਲੇਕਿਨ ਹੁਣ ਜਿਹੜੀਆਂ ਇਹਨਾਂ ਦੀ ਔਲਾਦਾਂ ਆ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਘਰ ਔਲਾਦਾਂ ਜਿਹੜੀਆਂ ਉਹ ਹੁੰਦੀਆਂ ਪਈਆਂ। ਔਰ ਉਸ ਦੇ ਨਾਲ ਨਾਲ ਅਸੀਂ ਇਹ ਦੇਖਦੇ ਪਏ ਹਾਂ ਕਿ ਤਿੰਨਾਂ ਦੇ ਖਾਨਦਾਨ ਬਰਾਬਰ ਚੱਲਦੇ ਪਏ ਆ। ਔਰ ਲੇਕਿਨ ਜਿਹੜਾ ਸਭ ਕੁਝ ਕੰਟਰੋਲ ਕਰ ਰਿਹਾ ਉਹ ਹਾਲੇ ਵੀ ਅਸੀਂ ਦੇਖਦੇ ਪਏ ਹਾਂ ਕਿ ਉਹ ਹਾਮ ਦਾ ਜਿਹੜਾ ਪੋਤਾ ਆ ਉਹ ਸਾਰੀਆਂ ਚੀਜ਼ਾਂ ਨੂੰ ਇਸ ਵੇਲੇ ਹੈਂਡਲ ਕਰਦਾ ਪਿਆ। ਜਿਹੜਾ ਹਾਮ ਦਾ ਪੋਤਾ ਜਿਸ ਦਾ ਨਾਂ ਜੋ ਕੁਸ਼ ਤੋਂ ਪੈਦਾ ਹੋਇਆ, ਜੋ ਨਿਮਰੋਦ। ਔਰ ਉਸਨੇ ਅਸੀਂ ਕੱਲ ਦੇਖਿਆ ਸੀ ਕਿ ਕਿਸ ਤਰ੍ਹਾਂ ਲੋਕ ਜਿੱਦਾਂ ਪ੍ਰਭੂ ਦੇ ਹੁਕਮ ਦਿੱਤਾ ਸੀ ਲੋਕ ਖਿਲਰ ਗਏ, ਲੇਕਿਨ ਉਹ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਇੱਕ ਜਗ੍ਹਾ ਤੇ ਲੈ ਆਇਆ। ਔਰ ਉਹ ਉਸਨੇ ਕਿਉਂਕਿ ਉਹ ਸਾਰੇ ਇਸ ਚੀਜ਼ ਦੇ ਵਿੱਚ ਸੀਗੇ ਕਿ ਸੱਚਮੁੱਚ ਪ੍ਰਭੂ ਦਾ ਹੱਥ ਇਹਦੇ ਉੱਤੇ ਆ, ਲੇਕਿਨ ਉਹ ਇਸ ਚੀਜ਼ ਨੂੰ ਭੁੱਲ ਗਏ ਕਿ ਹੁਣ ਇਹ ਭਟਕ ਚੁੱਕਾ ਹੈ। ਭਟਕਾਉਣ ਵਾਲੇ ਨੇ ਇਸ ਨੂੰ ਭਟਕਾ ਲਿਆ ਹੈ। ਅਗਰ ਅਸੀਂ ਦੂਸਰੇ ਹਿੱਸੇ ਦੇ ਵਿੱਚ ਅਗਰ ਅਸੀਂ ਕਹੀਏ ਕਿ ਸ਼ੈਤਾਨ ਨੇ ਕਿਹਦੇ ਉੱਤੇ ਅੱਖ ਰੱਖੀ ਹੋ ਸੀਗੀ, ਉਸਨੇ ਇਹਦੇ ਉੱਤੇ ਅੱਖ ਰੱਖੀ ਹੋ ਸੀ। ਉਸਨੇ ਇਸ ਨੂੰ ਭਟਕਾਇਆ ਔਰ ਆਪਣੇ ਪਿੱਛੇ ਲਾਇਆ। ਬੈਬੀਲੋਨ ਦੇ ਵਿੱਚ ਜਿਸ ਲਈ ਉਸਨੇ ਬਾਬਲ ਦਾ ਨਗਰ ਬਸਾਇਆ, that was basically ਉਸ ਨੂੰ ਕਨਫਿਊਜ਼ਨ ਕਿਹਾ ਜਾਂਦਾ ਸੀ। ਕਨਫਿਊਜ਼ਨ ਉੱਥੇ ਇੱਕ ਪੈਦਾ ਹੋ ਚੁੱਕੀ ਸੀ। ਔਰ ਜਿੱਦਾਂ ਜਿੱਦਾਂ ਉਹ ਸ਼ਹਿਰ ਬਸਾਉਂਦਾ ਚਲਾ ਗਿਆ ਉਦਾਂ ਉਦਾਂ ਉਸਦੇ ਵਿੱਚ ਜਿਹੜਾ ਉਸਦਾ ਆਪਣਾ ਅਹਿਮ ਆ ਉਹ ਵੱਧਦਾ ਚਲਾ ਗਿਆ। ਔਰ ਜਿਸ ਲਈ ਉਸਦਾ ਆਪਣਾ ਅਹਿਮ ਜਦੋਂ ਤੱਕ ਉਹ ਸੀਰੀਆ ਦੇ ਵਿੱਚ ਪਹੁੰਚਾ ਔਰ ਸੀਰੀਆ ਦੇ ਵਿੱਚ ਜਾ ਕੇ ਉਸਨੇ ਨਿਨਵਾ ਨਗਰ ਦੀ ਉਸਾਰੀ ਕੀਤੀ, ਉਸ ਸਮੇਂ ਤੱਕ ਉਸ ਨੂੰ ਪਰਮੇਸ਼ਰ ਬਣਾ ਦਿੱਤਾ ਗਿਆ ਸੀ। ਉਹੀ ਚੀਜ਼ ਜੋ ਓਦਨ ਦੇ ਬਾਗ ਦੇ ਵਿੱਚ ਹੋਈ ਆ, ਉਹੀ ਚੀਜ਼ ਇਹਦੇ ਨਾਲ ਹੋਈ ਆ। ਉੱਥੇ ਪ੍ਰਭੂ ਨੇ ਉਸ ਨੂੰ ਦੱਸ ਦਿੱਤਾ ਕਿ ਨਹੀਂ, ਯੂ ਆਰ ਨਾਟ, ਤੇ ਪ੍ਰਭੂ ਦਾ ਹੱਥ ਸੀਗਾ। ਲੇਕਿਨ ਇੱਥੇ ਆ ਕੇ ਉਸਨੇ ਆਪਣੇ ਆਪ ਨੂੰ ਸਵੀਕਾਰ ਹੀ ਕਰ ਲਿਆ ਕਿ ਮੈਂ ਪ੍ਰਭੂ ਹਾਂ। ਔਰ ਜਿਸ ਵੇਲੇ ਉਹ ਨਿਨਵਾ ਦੇ ਇਲਾਕੇ ਦੇ ਵਿੱਚ ਪਹੁੰਚਾ ਤੇ ਉੱਥੇ ਇੱਕ ਉਸਨੂੰ ਦੇਵੀ ਵੀ ਮਿਲ ਗਈ ਨਾਲ। ਸੋ ਉੱਥੋਂ ਦੇਵੀਆਂ ਦਾ ਜਿਹੜਾ ਧਰਮ ਸੀਗਾ ਉਹ ਸ਼ੁਰੂ ਹੋ ਗਿਆ। ਸੈਮਰਾਮੀ ਉਸਦਾ ਨਾਂ ਸੀ, ਜੋ ਇਸ ਵੇਲੇ ਜਿਹੜੀ ਇਸ ਦੀ ਉਮਰ ਆ, ਨਿਮਰੋਦ ਦੀ ਜਿਹੜੀ ਉਮਰ ਆ, he is in his 60s, she was young, ਬਹੁਤ ਜਵਾਨ ਸੁੰਦਰ ਔਰਤ ਸੀ ਉਹ। ਔਰ ਜਿਹੜੀ ਇਤਿਹਾਸ ਸਾਨੂੰ ਦੱਸਦਾ, ਯਹੂਦੀਆਂ ਦਾ ਇਤਿਹਾਸ ਸਾਨੂੰ ਇਹ ਦੱਸਦਾ ਕਿ ਨਿਮਰੋਦ ਨੇ ਜਿਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਕਰਾਰ ਦੇ ਦਿੱਤਾ,
तो रसान दे इलाका जिहड़ा उसने आखिरी जिहड़ा शहर बनाया और उसने लोकां दे उत्ते लगाम पाई, पर शैम दे खानदान ने उस लगाम दे थले रहन तो इनकार कर दिता और उन्होंने लाहौर नूं फड़ के उसनूं वढ के उहदे जिहड़े टुकड़े सीगे शरीर दे उस जगह जगह ते खिलारते और सैमरामी जिहड़ी उसकी पत्नी सी उसने उस सारे टुकड़े इकट्ठे किए। उसने कहा कि जिहड़े लोकां नूं पहुंचण पाई कि ये स्वर्ग दे विच उठा लिया गया इस दे बुजुर्गे हानूक की तरह, और परमेश्वर ने इसनूं सूरज दे उत्ते पूरा राज दे दिता। सो ही बिकेम सन, सूरज की प्रस्तश उस दिन तो शुरू हुई और उसने उस तो एक पुत्र पैदा होया जिसका नाम सी तम्मूस, और उसने उसनूं गाड सन बना के पेश किया सारे लोगों के सामने। यानी कि सन जिहड़ा है वो बाप आ और तैमूज जिहड़ा वो पुत्र। और इत्थों ही सारा जिहड़ा असी आर्कियोलॉजी तो बाद जिसले असी इजिप्ट दे विच देखदे हां, पिरामिड्स देखदे हां, इजिप्ट दे पुराने मंदिर देखदे हां, तो उत्थों तुहानूं एक चीज जिहड़ी बार बार मिलेगी, जिन्ने भी इजिप्ट दे फैरो सी वो अपने आप नूं परमेश्वर दा पुत्र कहंदे सी और उन्हां दे जिहड़े सारे देवी देवते सीगे बेशक उन्हां दे नाम वखरे सी पर एट्रीब्यूट सेम सीगे, उन्हां दे काम सेम सीगे। और सन गाड तो जिसका नाम वो रा लेंदे सी उहदे तो उन्हां दा फैरो जिहड़ा हुंदा सी वो पैदा हुंदा सी। उन्हां दा इतिहास इस तरह जिहड़ा सब तो पहला सब तो सक्सैसफुल जिहड़ा धर्म फैलिया वो इजिप्ट दे विच फैलिया और इजिप्ट तो फिर सारी दुनिया दे विच ओही देवी देवते नवे नवे नाम लैके सेम एट्रीब्यूट, उन्हां दे काम सेम आ, उन्हां दी सारियां गल्लां सेम आ, वो वख-वख धरती दे हिस्सियां ते वख-वख नामां दे नाल ओह जाने जांदे सी। पर देवी देवतियां दा जिहड़ा धर्म शुरू होया, जिहड़ी उन्हां दी मिथ्या शुरू होई, मिथासक जिहड़ी देवी देवतियां दी मिथ्या जिथों शुरू होई आ वो इत्थों शुरू हुई, बाबल दे टावर तो शुरू हुई। बाबल का टावर पहला मंदिर सी जो उसने वापस आके जिस वेले उसने अपना आखिरी नगर बना लिया सी ते उसने वापस आके बाबल का टावर बनाया। वो मंदिर सी, एक्चुअली वो मंदिर सी जिस दे विच देवता वो आप सी, सैमरामी जिहड़ी सी वो देवी सी और ये सारा कुछ उसने जिहड़ा कीता सी जिस वेले उसने निनवा नगर बनाया सी, निनवा नगर दे विच उसने अपने आप नूं देवता करार कर दिता सी। और अगे जिसले असीं प्रभु दे वचन दे विच जानने असीं 11वें भाव दे विच आउंदे हां और 11वें भाव दे विच बहुत कुछ होया। सो आओ असीं एक आयत तो लैके असीं 9 आयत तक देखते हैं जिसनूं मिल जाए। मैं पढ़ देनी पास्टर जी। ਬਾਬਲ ਦਾ ਬੁਰਜ ਉਸ ਸਮੇਂ ਧਰਤੀ ਦੇ ਸਭ ਲੋਕਾਂ ਦੀ ਇੱਕ ਭਾਸ਼ਾ ਸੀ ਜਿਸ ਦੇ ਬੋਲਾਂ ਵਿੱਚ ਕਿਸੇ ਤਰ੍ਹਾਂ ਦੀ ਭਿੰਨਤਾ ਨਹੀਂ ਸੀ। ਉਹ ਲੋਕ ਪੂਰਬ ਦੀ ਵੱਲ ਯਾਤਰਾ ਕਰਦੇ ਸਿਨਾਰ ਦੇਸ਼ ਦੀ ਧਰਤੀ ਤੇ ਪਹੁੰਚ ਗਏ। ਉੱਥੇ ਉਹ ਰਹਿਣ ਲੱਗ ਪਏ। ਉਹ ਇੱਕ ਦੂਜੇ ਨੂੰ ਬੋਲੇ, ਆਓ ਅਸੀਂ ਇੱਟਾਂ ਬਣਾਈਏ ਅਤੇ ਅੱਗ ਵਿੱਚ ਉਹਨਾਂ ਨੂੰ ਪਕਾ ਲਈਏ। ਸੋ ਉਹਨਾਂ ਕੋਲ ਪੱਥਰ ਦੀ ਥਾਂ ਇੱਟਾਂ ਅਤੇ ਸੀਮੈਂਟ ਦੀ ਥਾਂ ਗਾਰਾ ਸੀ। ਉਹ ਬੋਲੇ, ਆਓ ਹੁਣ ਅਸੀਂ ਇੱਕ ਸ਼ਹਿਰ ਬਣਾਈਏ ਜਿਸ ਵਿੱਚ ਇੱਕ ਉੱਚਾ ਬੁਰਜ ਹੋਵੇ
ਜਿਸ ਦਾ ਗੁਬੰਦ ਆਕਾਸ਼ ਤੱਕ ਹੋਵੇ। ਇਸ ਤਰ੍ਹਾਂ ਸਾਡਾ ਇੱਕ ਨਾਂ ਹੋਵੇਗਾ ਕਿ ਅਸੀਂ ਧਰਤੀ ਤੇ ਖਿੱਲਰ ਨਾ ਜਾਈਏ। ਤਦ ਪ੍ਰਭੂ ਥੱਲੇ ਉਤਰਿਆ ਕਿ ਮਨੁੱਖੀ ਹੱਥਾਂ ਦੇ ਬਣਾਏ ਸ਼ਹਿਰ ਅਤੇ ਬੁਰਜ ਨੂੰ ਦੇਖੇ। ਪ੍ਰਭੂ ਨੇ ਕਿਹਾ, ਇਹ ਇੱਕ ਹੀ ਤਰ੍ਹਾਂ ਦੇ ਲੋਕ ਹਨ, ਇਹਨਾਂ ਦੀ ਭਾਸ਼ਾ ਵੀ ਇੱਕ ਹੈ। ਇਹ ਤਾਂ ਇਹਨਾਂ ਦੇ ਕੰਮਾਂ ਦਾ ਆਰੰਭ ਹੈ। ਇਹਨਾਂ ਲਈ ਮਿਲ ਕੇ ਕੁਝ ਵੀ ਕਰਨਾ ਅਸੰਭਵ ਨਹੀਂ। ਇਸ ਲਈ ਆਓ ਹੇਠਾਂ ਚੱਲੀਏ ਅਤੇ ਉਹਨਾਂ ਦੀ ਭਾਸ਼ਾ ਵੱਖ-ਵੱਖ ਕਰ ਦਈਏ ਕਿ ਉਹ ਇੱਕ ਦੂਜੇ ਨੂੰ ਸਮਝ ਨਾ ਸਕਣ। ਸੋ ਪ੍ਰਭੂ ਨੇ ਉਹਨਾਂ ਨੂੰ ਸਾਰੀ ਧਰਤੀ ਤੇ ਖਿੰਡਾ ਦਿੱਤਾ ਅਤੇ ਉਹ ਸ਼ਹਿਰ ਬਣਾਉਣਾ ਬੰਦ ਕਰ ਦਿੱਤਾ। ਉਸ ਸ਼ਹਿਰ ਦਾ ਨਾਂ ਬਾਬਲ ਰੱਖਿਆ ਕਿਉਂਕਿ ਉੱਥੇ ਪ੍ਰਭੂ ਨੇ ਉਹਨਾਂ ਦੀ ਭਾਸ਼ਾ ਵੱਖ ਕੀਤੀ ਅਤੇ ਉਹਨਾਂ ਨੂੰ ਸਾਰੀ ਧਰਤੀ ਤੇ ਖਿੰਡਾ ਦਿੱਤਾ ਸੀ। ਸੋ ਬਾਬਲ ਦੀ ਉਸਾਰੀ ਜਿਸ ਵੇਲੇ ਪਹਿਲਾਂ ਹੋਈ ਹੈ, ਜਿਸ ਲਈ ਉਸਨੇ ਬਾਬਲ ਦੀ ਉਸਾਰੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ, ਜਿਹੜਾ ਕਨਫਿਊਜ਼ਨ ਦਾ ਕੰਮ ਸੀ ਉਹ ਸ਼ੈਤਾਨ ਨੇ ਸ਼ੁਰੂ ਕੀਤਾ ਸੀ ਕਿ ਉਸਨੂੰ ਕਨਫਿਊਜ਼ ਕਰ ਦਿੱਤਾ ਉੱਥੇ ਉਸਨੇ ਕਿ ਪਰਮੇਸ਼ਵਰ ਕੌਣ, ਔਰ ਉਸਦੇ ਵਿੱਚ ਬਾਬਲ ਦੇ ਵਿੱਚ ਉਸਨੂੰ ਰਾਜਾ ਸਭ ਤੋਂ ਪਹਿਲਾਂ ਬਣਾਇਆ ਗਿਆ। ਔਰ ਉੱਥੇ ਉਸਨੇ ਉਹਦੇ ਅੰਦਰ ਇਹ ਚੀਜ਼ ਆਉਣੀ ਸ਼ੁਰੂ ਹੋ ਗਈ ਕਿ ਇੱਕ ਪਰਮੇਸ਼ਵਰ ਸਵਰਗ ਦੇ ਉੱਤੇ ਹੈ ਤੇ ਇੱਕ ਧਰਤੀ ਦੇ ਉੱਤੇ ਹੈ, ਔਰ ਜਿਹੜਾ ਧਰਤੀ ਤੇ ਪਰਮੇਸ਼ਵਰ ਮੈਂ, ਇਹਦਾ ਇਹ ਉਜਾਗਰ ਹੋਣਾ ਹਾਲੇ ਸ਼ੁਰੂ ਹੋਇਆ ਸੀ। ਜਿੱਦਾਂ ਜਿੱਦਾਂ ਉਹ ਨਗਰ ਬਸਾਉਂਦਾ ਗਿਆ ਉਦਾਂ ਉਦਾਂ ਉਸਦੇ ਚਮਚੇ ਵੀ ਵੱਧਦੇ ਗਏ, ਔਰ ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਤਾਂ ਸੱਚਮੁੱਚ ਪਰਮੇਸ਼ਵਰ, ਧਰਤੀ ਦੇ ਉੱਤੇ ਤੂੰ ਪਰਮੇਸ਼ਵਰ। ਔਰ ਉਸਦੇ ਨਾਲ ਉਸਨੂੰ ਐਕਸੈਪਟੈਂਸ ਮਿਲਦੀ ਗਈ। ਸਭ ਤੋਂ ਵੱਡੀ ਐਕਸੈਪਟੈਂਸ ਉਸ ਲਈ ਮਿਲੀ ਉਸਨੂੰ ਜਿਸ ਲਈ ਜਿਹੜੇ ਲੋਕ ਖਿਲਰੇ ਹੋ ਸੀ ਉਹ ਸਾਰੇ ਉਸ ਸਿਨਾਰ ਦੇ ਇਲਾਕੇ ਦੇ ਵਿੱਚ ਆ ਕੇ ਬਸ ਗਏ ਔਰ ਉਸਨੂੰ ਆਪਣਾ ਉਹਨਾਂ ਨੇ ਰਾਜਾ ਬਣਾ ਲਿਆ। ਔਰ ਉੱਥੇ ਉਹਨਾਂ ਨੇ ਦੇਖਿਆ ਕਿ ਇਹਦੇ ਰਾਜ ਦੇ ਥੱਲੇ ਅਸੀਂ ਗੁੱਡ ਹਾਂ, ਔਰ ਉੱਥੋਂ ਉਸਨੂੰ ਮੌਕਾ ਮਿਲਿਆ। ਸੋ ਉੱਥੋਂ ਸਵਰਗ ਦਾ ਉਸਨੇ ਇੱਕ ਐਸੇ ਬੁਰਜ ਦਾ ਨਿਰਮਾਣ ਕੀਤਾ ਜਿਸ ਦਾ ਗੁੰਬਦ ਸਵਰਗ ਤੱਕ ਹੋਵੇ ਬਰਾਬਰੀ, ਪ੍ਰਭੂ ਦੇ ਨਾਲ ਬਰਾਬਰੀ। ਔਰ ਪ੍ਰਭੂ ਨੇ ਕੀ ਕੀਤਾ? ਪ੍ਰਭੂ ਨੇ ਕਿਹਾ, ਆਓ ਹੁਣ ਅਸੀਂ ਇਸ ਤਦ ਪ੍ਰਭੂ ਥੱਲੇ ਉਤਰਿਆ ਕਿ ਮਨੁੱਖੀ ਹੱਥਾਂ ਦੇ ਬਣਾਏ ਸ਼ਹਿਰ ਤੇ ਬੁਰਜ ਨੂੰ ਦੇਖੇ। ਪ੍ਰਭੂ ਨੇ ਕਿਹਾ, ਇਹ ਇੱਕ ਤਰ੍ਹਾਂ ਦੇ ਲੋਕ ਹਨ, ਇਹਨਾਂ ਦੀ ਭਾਸ਼ਾ ਵੀ ਇੱਕ ਹੈ, ਇਹ ਇਹਨਾਂ ਦੇ ਕੰਮਾਂ ਦਾ ਆਰੰਭ ਹੈ। ਯਾਨੀ ਕਿ ਉਹ ਜਿਹੜੀ ਬੁਰਾਈ ਜਿਹੜੀ ਹੜ ਤੋਂ ਪਹਿਲਾਂ ਸੀ ਉਹ ਇਹਨਾਂ ਨੇ ਸ਼ੁਰੂ ਕਰ ਲਈ, ਇਹ ਇਹਨਾਂ ਦੇ ਕੰਮਾਂ ਦਾ ਆਰੰਭ ਹੈ। ਇਸ ਲਈ ਆਓ, ਸੋ ਪ੍ਰਭੂ ਨੇ 7ਵੀਂ ਆਇਤ ਇਸ ਦਾ ਮੇਨ ਵਰਸ, ਇਸ ਲਈ ਆਓ ਹੇਠਾਂ ਚੱਲੀਏ ਔਰ ਉਹਨਾਂ ਦੀ ਭਾਸ਼ਾ ਵੱਖ-ਵੱਖ ਕਰ ਦਈਏ ਕਿ ਉਹ ਇੱਕ ਦੂਜੇ ਨੂੰ ਨਾ ਸਮਝ ਸਕਣ। ਸੋ ਪ੍ਰਭੂ ਦਾ ਧਰਤੀ ਦੇ ਉੱਤੇ ਆਉਣਾ, ਲੇਕਿਨ ਜਿਹੜਾ ਸ਼ਬਦ ਆ ਉਹ ਬਹੁਵਚਨ। ਇੱਥੇ ਅਸੀਂ ਬਾਪ, ਬੇਟਾ ਔਰ ਪਵਿੱਤਰ ਆਤਮਾ ਇੱਕ ਵਾਰ ਫਿਰ ਤਿੰਨਾਂ ਨੂੰ ਦੇਖਦੇ ਪਏ। ਇਸ ਲਈ ਆਓ ਅਸੀਂ ਹੇਠਾਂ ਚੱਲੀਏ। ਔਰ ਪ੍ਰਭੂ ਨੇ ਉਹਨਾਂ ਦੀ ਜਿਹੜੀ ਭਾਸ਼ਾ ਸੀ ਕਿ ਉਹ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਸੀਗੇ, ਸੋ ਜਿਹੜਾ ਉਹਨਾਂ ਨੇ ਬੁਰਜ ਬਣਾਉਣਾ ਸ਼ੁਰੂ ਕੀਤਾ ਸੀ ਉਸਨੂੰ ਉਹਨਾਂ ਨੇ ਅੱਧ ਦੇ ਵਿੱਚ ਹੀ ਖਤਮ ਕਰ ਦਿੱਤਾ, ਬੰਦ ਕਰ ਦਿੱਤਾ, ਕਿਉਂਕਿ ਕਿਸੇ ਨੂੰ ਕਿਸੇ ਦੀ ਸਮਝ ਨਹੀਂ ਸੀ ਆ ਰਹੀ। ਸੋ ਕਨਫਿਊਜ਼ਨ ਜਿਹੜੀ ਇੱਕ ਪ੍ਰਭੂ ਨੇ ਇੱਥੇ ਪੈਦਾ ਕੀਤੀ ਔਰ ਉੱਥੋਂ ਉਸਨੇ ਉਹਨਾਂ ਨੂੰ ਸਾਰੇ ਸੰਸਾਰ ਦੇ ਵਿੱਚ ਖਿੰਡਾ ਦਿੱਤਾ। ਸੋ ਸਾਰੇ ਲੋਕ, ਅਗਰ ਅਸੀਂ ਹੁਣ ਇਸ ਮੈਪ ਨੂੰ ਦੇਖੀਏ ਤਾਂ ਹੁਣ ਸਾਡੀ ਇਹ ਚੀਜ਼ ਸਾਡੀ ਸਮਝ ਦੇ ਵਿੱਚ ਆਏਗੀ। ਸਾਰਿਆਂ ਨੂੰ ਦਿਖਾਈ ਦੇ ਰਿਹਾ? ਹਾਂਜੀ ਪਾਸਟਰ ਜੀ। ਓਕੇ, ਸੋ ਜਿਸ ਲਈ ਅਸੀਂ ਹੁਣ ਇਹਨਾਂ ਹਿੱਸਿਆਂ ਦੇ ਵਿੱਚ ਆਉਂਦੇ ਹਾਂ, ਜਿਸ ਲਈ ਬਾਬਲ ਦਾ ਬੁਰਜ ਪ੍ਰਭੂ ਨੇ ਇਸ ਦਾ ਕੰਮ ਜਿਸ ਲਈ ਪ੍ਰਭੂ ਨੇ ਖਤਮ ਕਰ ਦਿੱਤਾ, ਇਹ ਉੱਪਰੋਂ ਤੋੜ ਦਿੱਤਾ ਔਰ ਕਿਸੇ ਨੂੰ ਸਮਝ ਨਹੀਂ ਆ ਰਹੀ। ਹੁਣ ਅਸੀਂ ਦੇਖਦੇ ਪਏ ਲੋਕ ਜਾ ਕੇ ਬਸੇ ਕਿਹੜਿਆਂ ਇਲਾਕਿਆਂ ਦੇ ਵਿੱਚ ਆ। ਸੋ ਜਿਹੜਾ ਹਾਮ ਦਾ ਕਬੀਲਾ ਸੀ ਇਹ ਮੋਸਟਲੀ ਜਿਹੜਾ ਅਫਰੀਕਾ ਦੇ ਵਿੱਚ ਔਰ ਅੱਜ ਦਾ ਜਿਹੜਾ ਅਰਬ, ਸਾਊਦੀ ਅਰਬ, ਜਿਹੜੇ ਉਹ ਅਮਾਨ, ਜਿਹੜੇ ਉਹ ਸਾਰੇ ਕੰਟਰੀ ਆ, ਮੋਸਟਲੀ ਜਿਹੜੇ ਇਸਲਾਮਿਕ ਵਰਲਡ ਜਿਹੜੇ ਉਸ ਇਲਾਕੇ ਦੇ ਉਹ ਹਾਮ ਦੇ ਕਬੀਲੇ ਦੇ ਵਿੱਚੋਂ
पैदा हुए और उन्होंने सारे का सारा अफ्रीका बसाया और उन्होंने मोस्टली जिहड़ा अरब का इलाका वो बसाया। जिस वेले असी शैम दा खानदान इसनूं असी सीरिया पैलेस्टाइन के इलाके के वल इहदे नाल जांदियां देखते पे हैं। जिहड़ा जाफत दा खानदान वो सारे का सारा एशिया माइनर और जानी कि चाइना, अफगानिस्तान, उस तो बाद इंडिया का जिहड़ा इलाका, उधरले इलाके, यूरोप का जिहड़ा इलाका, उन्होंने असी वो सारा इलाका बसाउंदा देखते पे हैं। और इत्थों असी इत्थों सानू पता लगता कि किस तरह नोहा दे उत्तों चल के किस तरह दुनिया का बदा होया और किस तरह वो एक बारी फिर उन्होंने कोशिश की कि इकट्ठे होकर कुछ करन, लेकिन प्रभु ने उन्होंने जिहड़ी चीज पहला कही सी कि तुसी सारी दुनिया दे विच जाओ और सारी दुनिया नूं बसाओ, और उन्होंने उसकी अवज्ञाकारी की, लेकिन प्रभु नूं एक हुण ऐसी चीज वरतनी पई कि उन्हों की लैंग्वेज नूं मैसअप करके उन्होंने वखरे वखरे हुण प्रभु ने फोर्सफुली उन्होंने सारी दुनिया दे विच बसाया। नाउ हुण जिहड़ा क्वेश्चन उठदा जी प्रभु ने उन्होंने फोर्सफुली सारी दुनिया दे विच उठाया ते फिर हुण जिहड़ा प्रभु आया आप वो तो यहूदियों दे विच आया, वो तो इब्रानी लैंग्वेज बोलते आ और उस वेले उन्हों के उत्ते रोमन्स राज करते पे आ और बेसिकली वो दो लैंग्वेजेस बोलते जादियां 3 लैंग्वेजेस बोलते सी। वो अरामैरिक अरामी भाषा ज़्यादा बोलते सी, अरामाइक वो ज़्यादा अपनी लैंग्वेज उन्होंने जिंदा रखा सी, इब्रानी ग्रीक क्योंकि उत्थे रोमन राज करते सी, उन्होंने ग्रीक लैंग्वेज जिहड़ी सीखनी पैंदी सी, बोलनी पैंदी सी। ये 3 मेन लैंग्वेजेस उत्थे हो रहा। पर प्रभु ने तो क्या कि वो ये सारी दुनिया के लिए उसने ये सब कुछ पैदा किया, तो फिर ये किदां होया? उस इंसान का नाम है अलेक्जेंडर द ग्रेट। अलेक्जेंडर द ग्रेट, सिकंदर महान जिसनों असी कहने हो मैसेडोनिया दे विचों प्रभु यसु मसीह के जन्म तो 400 साल पहले वो मैसेडोनिया दे विचों उठ्या और मैसेडोनिया उस वेले जो कि याफत के खानदान दे विचों सी, उथों उठ्या और उसने बेसिकली सारी दुनिया, उसने ईरान, इराक, जेरूसलम, इसराइल का जिहड़ा इलाके सीगे, अफगानिस्तान, इंडिया और इंडिया दे वो बेसिकली ब्यास दरिया तक जिहड़ा साडा पंजाब दा ब्यास दरिया है उत्थे तक वो अपने राज में लैके गया। और उत्थे जो उसका उसके खिलाफ खड़ा होया, पहला पोरस राजा जिहड़ा सी वो खड़ा होया, लेकिन वो हार गया। लेकिन उस तो बाद उहदे हारन तो बाद सिकंदर भी मर गया और फिर उत्थे ग्रैको रोमन्स जिहड़े लोग सी उन्हां दा राज सी। और फिर असी देखते हैं कि चंद्रगुप्त मौर्य उस इलाके दे विच मौर्य खानदान उठ्या, जिस दे विच चंद्रगुप्त मौर्य, उसका बेटा, उसका गांव, उसका पोता अशोक मौर्य जिहड़े उस सारे सीगे, उन्हां दीयां संधियां जिहड़ियां सीगियां सारियां ग्रीक्स दे नाल सीगियां। और किस तरह उन्होंने और इस तरह दुनिया दीयां हद्दां तक परमेश्वर ने गुड न्यूज़ आउण तो पहला, इस तो पहला कि शुभ समाचार आउंदा, प्रभु ने ऑलरेडी दुनिया दीयां अंतिम हद्दां तक वो सड़कां तैयार कर दित्तियां सी। सब सड़कां तैयार सी और उन्हां दे राहीं जिहड़ा प्रभु दा वचन गया। लेकिन इत्थे असीं ये देखते पे हैं कि बहुत बड़ी कन्फ्यूजन पैदा हुई है और उस कन्फ्यूजन दे विच मेन है लैंग्वेज। तुहानूं चेता होना कि जिस वेले असीं चेलियां दी किताब पढ़दे सी तां बहुत सारे भैन भरा जिहड़े वो
ਪਵਿੱਤਰ ਬੋਲੀਆਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਆਈ ਹੈਵ ਨਥਿੰਗ ਅਗੇਂਸਟ ਇਟ, ਲੇਕਿਨ ਜਿਹੜੀ ਆਇਤ ਉਹ ਯੂਜ਼ ਕਰਦੇ ਆ ਉਹ ਗਲਤ। ਬਹੁਤ ਸਾਰੇ ਪ੍ਰਭੂ ਦੇ ਵਿੱਚ ਵਚਨ ਦੇ ਹਿੱਸੇ ਆ ਜਿਹੜੇ ਉਹਨਾਂ ਦੀ ਕਲੇਮ ਨੂੰ ਪ੍ਰੂਵ ਕਰਦੇ, ਉਹ ਸਹੀ ਆ, ਲੇਕਿਨ ਜਿਹੜਾ ਮੇਨ ਕਲੇਮ ਕੀਤਾ ਜਾਂਦਾ ਜਿੱਥੋਂ, ਉਹ ਗਲਤ। ਕਿਉਂ? ਸੋ ਇੱਥੋਂ ਸਾਰੀ ਦੁਨੀਆ ਦੇ ਵਿੱਚ ਫੈਲ ਗਏ ਕਨਫਿਊਜ਼ਨ। ਹੁਣ ਆਓ ਅਸੀਂ ਚੇਲਿਆਂ ਦੇ ਕਰਤੱਵ ਦੇ ਵਿੱਚ ਚਲੀਏ, ਦੂਸਰਾ ਭਾਗ, ਔਰ ਜਿਸ ਨੂੰ ਮਿਲ ਕੇ ਉਹ ਪੰਨਾ ਦੂਸਰਾ ਭਾਗ। ਦੋਸਤੋ, ਨਾ ਪੰਨਾ ਨਵੇਂ ਨੇ, ਔਰ ਅਸੀਂ ਉਸ ਦੀਆਂ ਪਹਿਲੀਆਂ 11 ਆਇਤਾਂ ਪੜਾਂਗੇ, 1 ਤੋਂ 11 ਜਿਸ ਨੂੰ ਦੋਸਤੋ ਨਵਾਂ ਪੰਨਾ ਨਵੇਂ ਨੇ ਜੀ। मैं पढ़ती हूँ पास्टर जी, दूसरा Go ahead, चैप्टर। Millie. Yeah, go ahead. 1 ਤੋਂ 11 ਤੱਕ। 1 ਤੋਂ 11। ਪਵਿੱਤਰ ਆਤਮਾ ਦਾ ਉਤਰਨਾ। ਇਹ ਪੰਤੇਕਸ ਦੇ ਤਿਉਹਾਰ ਦਾ ਦਿਨ ਸੀ। ਉਹ ਸਾਰੇ ਇੱਕ ਥਾਂ ਇਕੱਠੇ ਸਨ। ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਸ ਨਾਲ ਸਾਰਾ ਘਰ ਗੂੰਜ ਉੱਠਿਆ ਜਿਸ ਵਿੱਚ ਉਹ ਬੈਠੇ ਹੋਏ ਸਨ। ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ, ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਠਹਿਰੀਆਂ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਭਾਰਿਆ। ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਸ਼ਰਧਾਲੂ ਯਹੂਦੀ ਯਰੂਸ਼ਲਮ ਵਿੱਚ ਆਏ ਹੋਏ ਸਨ। ਜਦੋਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ। ਲੋਕੀ ਘਬਰਾ ਗਏ ਕਿਉਂਕਿ ਹਰ ਕੋਈ ਚੇਲਿਆਂ ਨੂੰ ਆਪਣੀ ਹੀ ਬੋਲੀ ਬੋਲਦਾ ਸੁਣ ਰਿਹਾ ਸੀ। ਸਾਰੇ ਲੋਕੀ ਹੈਰਾਨ ਸਨ ਅਤੇ ਉਹ ਹੈਰਾਨਗੀ ਵਿੱਚ ਹੀ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਬੋਲ ਰਹੇ ਹਨ ਗਲੀਲ ਨਿਵਾਸੀ ਨਹੀਂ ਹਨ। ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ? ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਮੋਸੋਪੋਤਾਮੀਆ, ਯਹੂਦੀਆ, ਕਪਦੁਕਿਆ, ਪੰਤਸ, ਏਸ਼ੀਆ, ਫਰੂਗਿਆ, ਪੰਫਲਿਆ, ਮਿਸਰ, ਕੁਰੇਨੇ ਦੇ ਲਾਗਲੇ ਪ੍ਰਾਂਤ, ਲਿਬੀਆ ਦੇ ਰਹਿਣ ਵਾਲੇ, ਰੋਮੀ ਮੁਸਾਫਰ, ਯਹੂਦੀ ਅਤੇ ਦੂਜੇ ਜਿਨ੍ਹਾਂ ਯਹੂਦੀ ਮਤ ਸਵੀਕਾਰ ਕੀਤਾ, ਕਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ। ਅਸੀਂ ਸਾਰੇ ਆਪਣੀ ਆਪਣੀ ਭਾਸ਼ਾ ਵਿੱਚ ਪਰਮੇਸ਼ਵਰ ਦੇ ਮਹਾਨ ਕੰਮਾਂ ਬਾਰੇ ਸੁਣ ਰਹੇ ਹਾਂ। ਉਹ ਸਾਰੇ ਹੈਰਾਨ ਸਨ ਅਤੇ ਘਬਰਾਏ ਹੋਏ ਸਨ। ਇੱਕ ਦੂਜੇ ਨੂੰ ਪੁੱਛਣ ਲੱਗੇ, ਇਸ ਦਾ ਕੀ ਅਰਥ ਹੋ ਸਕਦਾ ਹੈ? ਪਰ ਕੁਝ ਦੂਜੇ ਲੋਕੀ ਚੇਲਿਆਂ ਨੂੰ ਠੱਠੇ ਕਰਦੇ ਹੋਏ ਬੋਲੇ, ਇਹ ਤਾਂ ਤਾਜੀ ਸ਼ਰਾਬ ਪੀ ਕੇ ਮਸਤ ਹੋ ਚੁੱਕੇ ਹਨ। ਸੋ ਅਗਰ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਿਹੜੇ ਹਿੱਸੇ ਅਸੀਂ ਪੜ੍ਹਦੇ ਪਏ ਹਾਂ, ਜਿਹੜੇ ਬੇਟੇ ਉਹਨਾਂ ਦੇ ਪੜ੍ਹਦੇ ਪਏ ਹਾਂ, ਜਿਨ੍ਹਾਂ ਨੇ ਜਾ ਕੇ ਉਹ ਧਰਤੀਆਂ ਵਸਾਈਆਂ ਹੈ, ਉਹਨਾਂ ਨੂੰ ਅਸੀਂ ਇੱਥੇ ਦੇਖਦੇ ਪਏ। ਪ੍ਰਭੂ ਨੇ ਇੱਕ ਕਨਫਿਊਜ਼ਨ ਪੈਦਾ ਕੀਤੀ ਸੀ, ਉਸ ਦਾ ਇੱਕ ਕਾਰਨ ਸੀ, ਕਿਉਂਕਿ ਉਹ ਬੁਰਾਈ ਦੇ ਵਿੱਚ ਦਿਨ ਬਾ ਦਿਨ ਵੱਧਦੇ ਜਾ ਰਹੇ ਸੀ। ਉਹਨਾਂ ਨੇ ਉਹੀ ਕੰਮ ਮੁੜ ਕੇ ਸ਼ੁਰੂ ਕਰ ਲਏ ਸੀ, ਜਿਸ ਦੇ ਕਾਰਨ ਪ੍ਰਭੂ ਨੂੰ ਹੜ੍ਹ ਲੈ ਕੇ ਆਉਣਾ ਪਿਆ ਔਰ ਧਰਤੀ ਨੂੰ ਇੱਕ ਵਾਰੀ ਸਾਫ਼ ਕਰਨਾ ਪਿਆ। ਉਸਨੇ ਕਿਹਾ ਇਹ ਤਾਂ ਇਹਨਾਂ ਦੇ ਕੰਮਾਂ ਦੀ ਸ਼ੁਰੂਆਤ। ਸੋ ਉਹਨੇ ਉੱਥੇ ਉਹਨਾਂ ਦੇ ਵਿੱਚ ਕਨਫਿਊਜ਼ਨ ਲੈ ਕੇ ਆਉਂਦੀ ਉਹਨਾਂ ਦੀ ਲੈਂਗੁਏਜਸ ਦੇ ਵਿੱਚ। ਲੇਕਿਨ ਜਦ ਸ਼ੁਭ ਸਮਾਚਾਰ ਆਇਆ ਔਰ ਜਦ ਚਰਚ ਦਾ ਜਨਮ ਹੋਇਆ, ਇਹ ਚਰਚ ਦਾ ਜਨਮ ਇੱਥੇ ਹੋਇਆ ਸੀ, ਇਹ ਉਸਦਾ ਜਨਮ ਦਿਨ। ਜਦ ਚਰਚ ਦਾ ਜਨਮ ਹੋਇਆ ਤੇ ਅਸੀਂ ਜੋ ਕੁਛ ਬਾਬਲ ਦੇ ਟਾਵਰ ਤੇ ਉੱਤੇ ਹੁੰਦਾ ਦੇਖਦੇ ਪਏ ਹਾਂ, ਪ੍ਰਭੂ ਉਸ ਨੂੰ ਰਿਵਰਸ ਕਰਦਾ। ਪ੍ਰਭੂ ਉਸ ਨੂੰ ਰਿਵਰਸ ਕਰਦਾ ਪਿਆ ਕਿ ਹੁਣ ਪ੍ਰਭੂ ਦਾ ਵਚਨ, ਚਾਹੇ ਉਹ ਅਰਬ ਦੇ ਵਿੱਚ ਰਹਿਣ ਵਾਲੇ ਹਾਮ ਦੇ ਬੱਚੇ ਆ, ਚਾਹੇ ਉਹ ਪਾਰਥੀ ਆ ਜਿਹੜੇ ਯਾਫਤ ਦੇ ਬੱਚੇ ਆ, ਔਰ ਜਿਹੜੇ ਕੁਰੇਨੇ ਦੇ ਆ, ਮਿਸਰ ਦੇ ਅਗੇਨ ਅਸੀਂ ਪੜ੍ਹਦੇ ਪਏ ਹਾਂ ਕਿ ਉਹ ਸਾਰੇ ਦੇ ਸਾਰੇ ਹਾਮ ਦੇ ਬੱਚੇ ਆ, ਔਰ ਅਸੀਂ ਪੰਫੁਲਿਆ, ਕੁਰੇਨੇ ਦੇ ਇਲਾਕੇ ਦੇ ਯਾਫਤ ਦੇ ਬੱਚੇ ਆ।
ਯਹੂਦੀ ਜਿਹੜੇ ਹੈਗੇ ਉਹ ਤਾਂ ਹੈ ਹੀ, ਸ਼ਮ ਦੇ ਬੱਚੇ ਤਾਂ ਉੱਥੇ ਹੈ ਹੀ। ਉਹਨਾਂ ਸਾਰਿਆਂ ਦੇ ਕੋਲ ਪ੍ਰਭੂ ਦਾ ਵਚਨ ਪਹੁੰਚਦਾ ਪਿਆ, ਪ੍ਰਭੂ ਦੀ ਮੁਕਤੀ ਦਾ ਜਿਹੜਾ ਸ਼ੁਭ ਸਮਾਚਾਰ ਹੈ ਉਹਨਾਂ ਸਾਰਿਆਂ ਦੇ ਕੋਲ ਪਹੁੰਚਦਾ ਪਿਆ। ਐਂਡ ਦੈਟਸ ਹਾਊ ਪ੍ਰਭੂ ਦਾ ਜਿਹੜਾ ਸ਼ਬਦ ਹੈ ਇਟ ਮੇਕਸ ਸੈਂਸ, ਇਟ ਮੇਕਸ ਸੈਂਸ। ਔਰ ਪ੍ਰਭੂ ਨੇ ਇਹ ਸਾਰਾ ਕੰਮ ਉਸ ਦਿਨ ਕੀਤਾ ਜਿਸ ਦਿਨ ਚਰਚ ਦੀ ਸ਼ੁਰੂਆਤ ਹੋਈ, ਔਰ ਪ੍ਰਭੂ ਦਾ ਸ਼ੁਭ ਸਮਾਚਾਰ ਇੱਥੋਂ ਫੈਲਣਾ ਸ਼ੁਰੂ ਹੋਇਆ, ਔਰ ਯਾਫਤ ਦੇ ਬੱਚਿਆਂ ਦੇ ਵਿੱਚ ਗਿਆ, ਹਾਮ ਦੇ ਬੱਚਿਆਂ ਦੇ ਵਿੱਚ ਗਿਆ, ਤੇ ਸ਼ਮ ਦੇ ਬੱਚਿਆਂ ਨੂੰ ਤਾਂ ਮਿਲਿਆ ਸੀ। ਉਸ ਦੇ ਵਿੱਚ ਯਿਸੂ ਮਸੀਹ ਆਪ ਪੈਦਾ ਹੋਏ ਸੀ, ਉਹਨਾਂ ਨੂੰ ਤਾਂ ਮਿਲਣਾ ਹੀ ਸੀ। ਲੇਕਿਨ ਇਸ ਦੇ ਨਾਲ ਜੋ ਦੁਆ ਨੋਹਾ ਨੇ ਆਪਣੇ ਬੇਟੇ ਨੂੰ ਦਿੱਤੀ ਸੀ ਕਿ ਤੇਰੇ ਟੈਂਟ ਦੇ ਵਿੱਚ, ਤੇਰੇ ਤੰਬੂ ਦੇ ਵਿੱਚ ਯਾਫਤ ਤੇਰੇ ਨਾਲ ਸਹਾਈ ਹੋਏਗਾ, ਇੱਥੋਂ ਯਾਫਤ ਦੇ ਬੱਚਿਆਂ ਨੂੰ ਅਸੀਂ ਦੇਖਦੇ ਪਏ ਹਾਂ। ਸੋ ਆਓ, ਇਹ ਸੀ ਟਾਵਰ, ਇਹ ਸੀ ਬੁਰਜ, ਔਰ ਇੱਥੇ ਆ ਕੇ ਨਿਮਰੋਦ ਦੀ ਜਿਹੜੀ ਕਹਾਣੀ ਆ ਉਹ ਖਤਮ, ਉਹਦੀ ਜ਼ਿੰਦਗੀ ਦੀ ਜਿਹੜੀ ਕਹਾਣੀ ਹੈ ਉਹ ਖਤਮ ਹੁੰਦੀ ਆ। ਕਿਉਂਕਿ ਅਸੀਂ ਜਿਸਲੇ ਹਿਬਰੂ ਲਿਟਰੇਚਰ ਪੜ੍ਹਦੇ ਹਾਂ ਤਾਂ ਸਾਨੂੰ ਇਹ ਦੱਸਿਆ ਗਿਆ ਕਿ ਸ਼ਮ ਦੇ ਖਾਨਦਾਨ ਨੇ ਉਸਨੂੰ ਦੇਵਤਾ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ, ਔਰ ਉਹਨਾਂ ਨੇ ਉਸਦਾ ਕਤਲ ਕਰ ਦਿੱਤਾ ਸੀ। ਲੇਕਿਨ ਦੇਵੀ ਦੇਵਤਿਆਂ ਦੀ ਪੂਜਾ ਨਹੀਂ, ਦੇਵੀ ਦੇਵਤਿਆਂ ਦੀ ਪੂਜਾ ਉਹ ਲੋਕ ਜਿੱਥੇ ਜਿੱਥੇ ਵੀ ਗਏ ਉਹ ਉਸ ਨੂੰ ਲੈ ਕੇ ਗਏ, ਔਰ ਉਹਨਾਂ ਨੇ ਦੇਵੀ ਦੇਵਤਿਆਂ ਦੀ ਜਿਹੜੀ ਪੂਜਾ ਉਹ ਉਸ ਨੂੰ ਛੱਡਿਆ ਨਹੀਂ। ਲੇਕਿਨ ਪ੍ਰਭੂ ਨੇ ਇੱਥੋਂ ਇੱਕ ਨਵਾਂ ਕੰਮ ਕੀਤਾ। ਸੋ ਆਓ ਉਸ ਨੂੰ ਦੇਖੀਏ। ਆਓ ਮੇਰੇ ਨਾਲ 11ਵਾਂ ਭਾਵ ਉਸਦੀ 10 ਆਇਤ ਤੋਂ ਲੈ ਕੇ 31 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹਦੇ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। Go ahead. 14 ਨੰਬਰ ਪੇਜ, ਸ਼ੇਮ ਦਾ ਵੰਸ਼। ਇਹ ਸ਼ੇਮ ਦੇ ਵੰਸ਼ ਦਾ ਲੇਖਾ ਹੈ। ਹਰ ਦੇ 2 ਸਾਲ ਪਿੱਛੋਂ ਸ਼ੇਮ 100 ਸਾਲ ਦਾ ਸੀ। ਉਸਦੇ ਘਰ ਉਸਦੇ ਪੁੱਤਰ ਅਰਪਕਸ਼ਦ ਨੇ ਜਨਮ ਲਿਆ। ਇਸ ਦੇ ਪਿੱਛੋਂ ਸ਼ੇਮ 500 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਅਰਪਕਸ਼ਦ 35 ਸਾਲਾਂ ਦਾ ਸੀ ਜਦੋਂ ਉਸਦੇ ਘਰ ਸ਼ਲਹ ਨੇ ਜਨਮ ਲਿਆ। ਸ਼ਲਹ ਦੇ ਜਨਮ ਦੇ ਪਿੱਛੋਂ ਅਰਪਕਸ਼ਦ 403 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਸ਼ਲਹ 30 ਸਾਲਾਂ ਦਾ ਸੀ ਜਦੋਂ ਉਸਦੇ ਘਰ ਏਬਰ ਨੇ ਜਨਮ ਲਿਆ। ਏਬਰ ਦੇ ਜਨਮ ਪਿੱਛੋਂ ਸ਼ਲਹ 403 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਏਬਰ 34 ਸਾਲਾਂ ਦਾ ਸੀ ਜਦੋਂ ਉਸਦੇ ਘਰ ਪਲਗ ਨੇ ਜਨਮ ਲਿਆ। ਪਲਗ ਦੇ ਜਨਮ ਪਿੱਛੋਂ ਏਬਰ 430 ਸਾਲ ਤੱਕ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਪਲਗ 30 ਸਾਲਾਂ ਦਾ ਸੀ ਜਦੋਂ ਉਸਦੇ ਘਰ ਰਊ ਨੇ ਜਨਮ ਲਿਆ। ਰਊ ਦੇ ਜਨਮ ਪਿੱਛੋਂ ਪਲਗ 209 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਰਊ 32 ਸਾਲ ਦਾ ਸੀ ਜਦੋਂ ਉਸਦੇ ਘਰ ਸਰੂਗ ਨੇ ਜਨਮ ਲਿਆ। ਸਰੂਗ ਦੇ ਜਨਮ ਪਿੱਛੋਂ ਰਊ 207 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਸਰੂਗ 30 ਸਾਲ ਦਾ ਸੀ ਜਦੋਂ ਉਸਦੇ ਘਰ ਨਾਹੋਰ ਨੇ ਜਨਮ ਲਿਆ। ਨਾਹੋਰ ਦੇ ਜਨਮ ਪਿੱਛੋਂ ਸਰੂਗ 200 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਨਾਹੋਰ 29 ਸਾਲ ਦਾ ਸੀ ਜਦੋਂ ਉਸਦੇ ਘਰ ਤਾਰਾ ਨੇ ਜਨਮ ਲਿਆ। ਤਾਰਾ ਦੇ ਜਨਮ ਲੈਣ ਪਿੱਛੋਂ ਨਾਹੋਰ 119 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਤਾਰਾ 70 ਸਾਲ ਦਾ ਸੀ ਜਦੋਂ ਉਸਦੇ ਘਰ 3 ਪੁੱਤਰਾਂ ਅਬਰਾਮ, ਨਾਹੋਰ ਅਤੇ ਹਾਰਾਨ ਨੇ ਜਨਮ ਲਿਆ। ਅੱਗੇ ਵੀ ਪੜ੍ਹਨਾ ਪਾਸਟਰ ਜੀ? ਹਾਂਜੀ, ਇਸ ਨੂੰ ਖਤਮ ਕਰ ਦਿਓ। ਓਕੇ। ਤਾਰਾ ਦਾ ਵੰਸ਼। ਇਹ ਤਾਰਾ ਦੇ ਵੰਸ਼ ਦਾ ਲੇਖਾ ਹੈ। ਉਸਦੇ 3 ਪੁੱਤਰ ਅਬਰਾਮ, ਨਾਹੋਰ ਅਤੇ ਹਾਰਾਨ ਸਨ। ਹਾਰਾਨ ਦੇ ਪੁੱਤਰ ਦਾ ਨਾਂ ਲੂਤ ਸੀ। ਹਾਰਾਨ ਆਪਣੀ ਜਨਮ ਭੂਮੀ ਬਾਬਲ ਦੇ ਸ਼ਹਿਰ ਊਰ ਵਿੱਚ ਮਰ ਗਿਆ। ਉਸਦਾ ਪਿਤਾ ਤਾਰਾ ਉਸ ਸਮੇਂ ਜਿਉਂਦਾ ਸੀ। ਅਬਰਾਮ ਅਤੇ ਨਾਹੋਰ ਨੇ ਵੀ ਵਿਆਹ ਕੀਤੇ। ਅਬਰਾਮ ਦੀ ਪਤਨੀ ਦਾ ਨਾਂ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਂ ਮਿਲਕਾ ਸੀ। ਮਿਲਕਾ ਦਾ ਪਿਤਾ ਹਾਰਾਨ ਸੀ, ਜਿਸ ਦੇ ਪੁੱਤਰ ਦਾ ਨਾਂ ਯਿਸਕਾ ਸੀ। ਸਾਰਾਈ ਬਾਂਝ ਸੀ, ਇਸ ਲਈ ਉਸਦੇ ਘਰ ਕੋਈ ਸੰਤਾਨ ਨਹੀਂ ਸੀ। ਤਾਰਾ ਨੇ ਆਪਣੇ ਪੁੱਤਰ ਅਬਰਾਮ, ਪੋਤੇ ਲੂਤ, ਹਾਰਾਨ ਦੇ ਪੁੱਤਰ ਨੂੰ ਅਤੇ ਸਾਰਾਈ ਅਬਰਾਮ ਦੀ ਪਤਨੀ ਨੂੰ ਨਾਲ ਲੈ ਕੇ ਬਾਬਲ ਦੇ ਸ਼ਹਿਰ ਊਰ ਨੂੰ ਛੱਡ ਦਿੱਤਾ। ਉਹ ਉੱਥੋਂ ਕਨਾਨ ਦੇਸ਼ ਵੱਲ ਚਲੇ ਗਏ। ਉਹ ਚਲਦੇ ਚਲਦੇ ਹਾਰਾਨ ਸ਼ਹਿਰ ਵਿੱਚ ਪਹੁੰਚ ਗਏ ਅਤੇ ਉੱਥੇ ਹੀ ਵਸ ਗਏ।
ਤਾਰਾ ਉੱਥੇ ਹੀ 205 ਸਾਲਾਂ ਦਾ ਹੋ ਕੇ ਮਰ ਗਿਆ। ਆਮੀਨ। ਸੋ ਹੁਣ ਸਾਨੂੰ ਸ਼ੈਮ ਦੇ ਖਾਨਦਾਨ ਦਾ ਲੇਖਾ ਦੱਸਿਆ ਜਾਂਦਾ, ਲੇਕਿਨ ਸ਼ੈਮ ਦੇ ਆਪਣੇ ਤੋਂ ਬਾਅਦ ਜਿਹੜੇ ਪਹਿਲੇ ਜਿਹੜੇ ਪੁੱਤਰ ਉਹਨਾਂ ਦੇ ਘਰ ਦੇ ਵਿੱਚ ਹੋ ਰਹੇ ਆ, ਉਹ ਜਿੱਦਾਂ ਅਸੀਂ ਉਤਪਤ ਦੇ ਸ਼ੁਰੂ ਦੇ ਵਿੱਚ ਪੜ੍ਹਦੇ ਸੀ, ਪਹਿਲੇ ਹਿੱਸੇ ਦੇ ਵਿੱਚ ਪੜ੍ਹਦੇ ਸੀ, ਉਹ ਇਹ ਨਹੀਂ ਕਿ ਉਹ 135 ਸਾਲ ਦਾ ਸੀ ਜਾਂ 127 ਸਾਲ ਦਾ ਸੀ ਜਾਂ 105 ਸਾਲ ਦਾ ਸੀ ਤਾਂ ਉਹਦੇ ਘਰ ਪੁੱਤਰ ਨੇ ਜਨਮ ਲਿਆ। ਅਸੀਂ ਦੇਖਦੇ ਪਏ ਹਾਂ ਇਟ ਇਜ਼ ਇਹ ਜਿਹੜੇ ਸਾਲ ਦੱਸੇ ਗਏ ਆ ਉਹ ਘਟਦੇ ਜਾ ਰਹੇ, ਉਹ ਲਗਾਤਾਰ ਉਹਨਾਂ ਦੀ ਗਿਣਤੀ ਪਿੱਛੇ ਨੂੰ ਘਟਦੀ ਜਾ ਰਹੀ ਹੈ। ਯੰਗ ਤੋਂ ਯੰਗ ਉਹਨਾਂ ਦੇ ਘਰਾਂ ਦੇ ਵਿੱਚ ਬੱਚੇ ਪੈਦਾ ਹੋ ਰਹੇ। ਔਰ ਅਸੀਂ ਇਹ ਦੇਖਦੇ ਪਏ ਹਾਂ ਕਿ ਜਿਹੜਾ ਔਰ ਇਹ ਅਸੀਂ ਪ੍ਰਭੂ ਦੇ ਲੇਖੇ ਦੇ ਵਿੱਚ ਵੀ ਪੜ੍ਹਦੇ ਪਏ ਹਾਂ ਕਿ ਉਸ ਲੇਖੇ ਦੇ ਵਿੱਚ ਸ਼ੈਮ ਤੋਂ ਬਾਅਦ ਜਿਹੜਾ ਅਰਤਸ਼ਦ ਆਉਂਦਾ ਹੈਗਾ ਉਹ 35 ਸਾਲ ਦਾ ਸੀ ਜਦੋਂ ਸਲਾ ਨੇ ਜਨਮ ਲਿਆ। ਸਲਾ 30 ਸਾਲ ਦਾ ਸੀ ਜਦੋਂ ਏਬਰ ਨੇ ਜਨਮ ਲਿਆ। ਏਬਰ 34 ਸਾਲਾਂ ਦਾ ਸੀ ਜਦੋਂ ਪਲਗ ਨੇ ਜਨਮ ਲਿਆ। ਪਲਗ 30 ਸਾਲਾਂ ਦਾ ਸੀ ਜਦੋਂ ਰਊ ਨੇ ਜਨਮ ਲਿਆ। ਰਊ ਜਿਹੜਾ ਸੀ ਉਹ 32 ਸਾਲ ਦਾ ਸੀ ਜਦੋਂ ਸਰਬ ਨੇ ਜਨਮ ਲਿਆ। ਸਰਬ 30 ਸਾਲ ਦਾ ਸੀ ਜਦੋਂ ਨਾਹੌਰ ਨੇ ਜਨਮ ਲਿਆ ਅਤੇ ਨਾਹੌਰ 29 ਸਾਲ ਦਾ ਸੀ ਜਦੋਂ ਉਹਦੇ ਘਰ ਤਾਰਾ ਨੇ ਜਨਮ ਲਿਆ। ਔਰ ਤਾਰਾ ਦਾ ਜਨਮ ਲੈਣ ਦੇ ਪਿੱਛੋਂ ਨਾਹੌਰ 119 ਸਾਲ ਤੱਕ ਜਿਉਂਦਾ ਰਿਹਾ ਅਤੇ ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਤਾਰਾ 70 ਸਾਲ ਦਾ ਸੀ ਜਦੋਂ ਉਸਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਨੋਹਾ 500 ਸਾਲ ਦਾ ਸੀ ਜਦੋਂ ਉਹਦੇ ਘਰ 3 ਪੁੱਤਰਾਂ ਨੇ ਜਨਮ ਲਿਆ ਸੀ। ਇਹ 70 ਸਾਲ ਜਿਸ ਵੇਲੇ ਇਸਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡਾ ਅਬਰਾਮ, ਫਿਰ ਨਾਹੌਰ ਔਰ ਨਾਹੌਰ ਤੋਂ ਬਾਅਦ ਹਰਾਨ, ਉਸਦੇ 3 ਪੁੱਤਰ। ਔਰ ਫਿਰ ਉਹ ਜਿਹੜਾ ਸਾਰਾ ਲੇਖਾ ਉਹ ਤਾਰਾ ਦੇ ਉੱਤੇ ਆ ਜਾਂਦਾ ਕਿ ਤਾਰਾ ਦੇ ਵੰਸ਼ ਦਾ ਲੇਖਾ ਇਹ ਹੈ। ਉਸਦੇ 3 ਪੁੱਤਰ ਅਬਰਾਮ, ਨਾਹੌਰ ਅਤੇ ਹਰਾਨ ਸਨ। ਹਰਾਨ ਦੇ ਪੁੱਤਰ ਦਾ ਨਾਮ ਲੂਤ ਸੀ। ਹੁਣ ਅਸੀਂ ਇਹਨਾਂ ਦੇ ਬਾਰੇ ਪੜ੍ਹਨਾ ਸ਼ੁਰੂ ਕਰਨਾ। ਲੂਤ ਸੀ। ਹਰਾਨ ਆਪਣੀ ਜਨਮ ਭੂਮੀ ਬਾਬਲ ਦੇ ਸ਼ਹਿਰ ਊਰ ਦੇ ਵਿੱਚ ਮਰ ਗਿਆ। ਉਸਦਾ ਪਿਤਾ ਤਾਰਾ ਉਸ ਸਮੇਂ ਜਿਉਂਦਾ ਸੀ। ਸੋ ਉਹਦੇ ਪੁੱਤਰ ਦੀ ਉੱਥੇ ਮੌਤ ਹੋ ਗਈ। ਤਾਰਾ ਦੇ ਬੇਟੇ ਦੀ ਉੱਥੇ ਮੌਤ ਹੋ ਗਈ ਜਿਸ ਦੇ ਬੇਟੇ ਦਾ ਨਾਮ ਲੂਤ ਸੀ। ਤਿੰਨ ਜਿਹੜੇ ਬੱਚੇ ਪੈਦਾ ਹੋਏ ਆ ਉਸਦੇ ਘਰ, ਅਬਰਾਮ, ਨਾਹੌਰ ਤੇ ਹਰਾਨ, ਜਿਨ੍ਹਾਂ ਦੇ ਵਿੱਚੋਂ ਹਰਾਨ ਜਿਹੜਾ ਸੀ ਉਹ ਮਰ ਗਿਆ। ਔਰ ਪਰ ਉਸਦਾ ਜਿਹੜਾ ਬਾਪ ਸੀ ਉਹ ਤਾਰਾ ਉਸ ਵੇਲੇ ਜਿੰਦਾ ਸੀ। ਅਬਰਾਮ ਅਤੇ ਨਾਹੌਰ ਨੇ ਵੀ ਵਿਆਹ ਕੀਤੇ। ਅਬਰਾਮ ਦੀ ਪਤਨੀ ਦਾ ਨਾਂ ਸਰਾਈ ਸੀ। ਨਾਹੌਰ ਦੀ ਪਤਨੀ ਦਾ ਨਾਮ ਮਿਲਕਾ ਸੀ। ਮਿਲਕਾ ਦਾ ਪਿਤਾ ਹਰਾਨ ਸੀ ਅਤੇ ਜਿਸ ਦੇ ਪੁੱਤਰ ਦਾ ਨਾਂ ਯਿਸਕਾ ਸੀ। ਸਰਾਈ ਬਾਂਝ ਸੀ ਅਤੇ ਉਸਦੇ ਘਰ ਕੋਈ ਸੰਤਾਨ ਨਹੀਂ ਸੀ। ਤਾਰਾ ਨੇ ਆਪਣੇ ਪੁੱਤਰ ਅਬਰਾਮ, ਪੋਤੇ ਲੂਤ ਅਤੇ ਹਰਾਨ ਦੇ ਪੁੱਤਰ ਨੂੰ ਸਰਾਈ ਅਤੇ ਅਬਰਾਹਮ ਦੀ ਪਤਨੀ ਨੂੰ ਲੈ ਕੇ ਬਾਬਲ ਦਾ ਸ਼ਹਿਰ ਛੱਡ ਦਿੱਤਾ। ਕਿੱਥੇ ਆ ਕੇ ਬਸਿਆ? ਉਹ ਕਨਾਨ ਦੇਸ਼ ਦੇ ਵੱਲ ਚਲੇ ਗਏ। ਪਰ ਚੱਲਦੇ ਚੱਲਦੇ ਉਹ ਹਰਾਨ ਸ਼ਹਿਰ ਦੇ ਵਿੱਚ ਪਹੁੰਚ ਗਏ ਅਤੇ ਉੱਥੇ ਹੀ ਬਸ ਗਏ। ਤਾਰਾ ਉਸਦੇ 250 ਸਾਲਾਂ ਦਾ ਹੋ ਕੇ ਮਰ ਗਿਆ। ਸੋ ਪ੍ਰਭੂ ਨੇ ਇੱਥੇ ਜਿਹੜਾ ਸਾਡਾ ਧਿਆਨ ਲਿਆਂਦਾ, ਹੁਣ ਉਸਨੇ ਇੱਕ ਖਾਨਦਾਨ ਲਿਆਂਦਾ। ਤੁਸੀਂ ਉਹ ਨੈਰੋ ਕਰੀ ਜਾ ਰਿਹਾ, ਸਾਰੀ ਚੀਜ਼ ਨੂੰ ਨੈਰੋ ਕਰੀ ਜਾ ਰਿਹਾ। ਸਭ ਤੋਂ ਪਹਿਲਾਂ ਉਸਨੇ ਸਾਰੀ ਧਰਤੀ ਵਸਾਈ, ਸਾਰੀਆਂ ਚੀਜ਼ਾਂ ਵਸਾਈਆਂ, ਪਰ ਇਨਸਾਨ ਦੇ ਉੱਤੇ ਉਸਨੇ ਨੈਰੋ ਕਰ ਲਿਆ ਆਪਣਾ ਫੋਕਸ, ਆਦਮ ਔਰ ਹਵਾ ਤੇ। ਔਰ ਜਿਸ ਲਈ ਆਦਮ ਔਰ ਹਵਾ ਨੇ ਪਾਪ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਾ ਕੇ ਦੇਖਦੇ ਹਾਂ ਕਿ ਉਸਨੇ ਫਿਰ ਇੱਕ ਬੰਦੇ ਦੇ ਉੱਤੇ ਫੋਕਸ ਕਰ ਲਿਆ ਜਿਸ ਦਾ ਨਾਂ ਸੀ ਜਿਸਦਾ ਨਾਂ ਨੋਹਾ ਸੀ। ਨੋਹਾ ਦੇ 3 ਪੁੱਤਰ ਸੀ। ਸਾਰੀ ਧਰਤੀ ਦਾ ਨਾਸ਼ ਹੋ ਗਿਆ। ਔਰ ਜਿਸ ਲਈ ਉਹ ਕਸ਼ਤੀ ਤੋਂ ਵਿੱਚੋਂ ਬਾਹਰ ਨਿਕਲੇ ਆ ਤਾਂ ਅਸੀਂ ਦੇਖਦੇ ਕਿ ਉਹਨਾਂ ਦੇ ਕੰਮ ਸੇਮ ਹੋ ਗਏ। ਪ੍ਰਭੂ ਨੇ ਉਹਨਾਂ ਦੇ ਵਿੱਚ ਕਨਫਿਊਜ਼ਨ ਪੈਦਾ ਕੀਤੀ। ਉਹ ਸਾਰੀ ਧਰਤੀ ਤੇ ਖਿਲਰ ਗਏ। ਹੁਣ ਪ੍ਰਭੂ ਨੇ ਫੇਰ ਆਪਣਾ ਧਿਆਨ ਜਿਹੜਾ ਸੀ ਉਹ ਇੱਕ ਖਾਨਦਾਨ, ਈਵਨ ਜਿਹੜਾ ਸ਼ੈਮ ਦਾ ਵੰਸ਼ ਵੀ ਸੀ ਉਹਦੇ ਵਿੱਚੋਂ ਵੀ ਉਸਨੇ ਇੱਕ ਦੇ ਉੱਤੇ ਧਿਆਨ ਕੀਤਾ। ਔਰ ਉਸਨੇ ਉਹ ਜਿਹੜਾ ਸਾਰੇ ਦਾ ਸਾਰਾ ਧਿਆਨ ਜਿਹੜਾ ਤਾਰਾ ਦੇ ਖਾਨਦਾਨ ਦੇ ਉੱਤੇ ਲੈ ਕੇ ਆਇਆ।
क्यों मैं तारा का खानदान कहना, क्योंकि ਅਸੀਂ ਹੁਣ ਇਸ ਖਾਨਦਾਨ ਦੇ ਬਾਰੇ ਹੀ ਕਾਂ ਜਾ ਕੇ ਪੜ੍ਹਨਾ। ਔਰ ਜਿਸ ਲਈ ਅਸੀਂ ਆਪਣੇ ਮੈਪਸ ਦੇਖਦੇ ਹਾਂ, ਆਓ ਅਸੀਂ ਥੋੜੀ ਦੇਰ ਦੇ ਲਈ ਵਾਪਸ ਜਾਵਾਂਗੇ। ਸਭ ਨੂੰ ਦਿਖਾਈ ਦਿੰਦਾ? ਹਾਂਜੀ ਪਾਸਟਰ ਜੀ, ਪਰ ਛੋਟੇ ਅੱਖਰ ਆ। ਹਾਂ ਠੀਕ ਆ, ਹਾਂ ਫੇਰ ਛੋਟੇ ਹੋ ਗਏ। ਅੱਛਾ, ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਜਿਸ ਵੇਲੇ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੈਗੀਆਂ ਜੋ ਅਸੀਂ ਪੜ੍ਹ ਕੇ ਹਟੇ ਹਾਂ, ਤਾਂ ਪ੍ਰਭੂ ਨੇ ਆਪਣਾ ਧਿਆਨ ਇਸ ਵੇਲੇ ਤਾਰਾ ਦੇ ਖਾਨਦਾਨ ਦੇ ਉੱਤੇ ਕੀਤਾ ਹੈ। ਔਰ ਉਹ ਉਰ ਨਗਰ ਜਿਹੜਾ ਹੈਗਾ ਉੱਥੇ ਆ ਕੇ ਬਸ ਗਿਆ, ਜੋ ਇਰਾਕ ਦੇ ਵਿੱਚ। ਔਰ ਹਰਾਨ ਤੋਂ ਜਿਸ ਵੇਲੇ ਉਹ ਉਸਦਾ ਬਾਪ ਮਰ ਗਿਆ, ਤੇ ਉਹਨਾਂ ਨੇ ਇੱਥੇ ਉਰ ਦੇ ਇਲਾਕੇ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਡੇਰੇ ਲਾਇਆ। ਔਰ ਅਸੀਂ ਇੱਥੋਂ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਜਿਹੜੀ ਹੁਣ ਆਪਣੀ ਆਵਾਜ਼ ਦੇਣੀ ਆ, ਉਸਨੇ ਅਬਰਾਮ ਨੂੰ ਦਿੱਤੀ। ਸੋ ਅਬਰਾਮ ਦੇ ਉੱਤੇ ਪ੍ਰਭੂ ਦੀ ਅੱਖ ਲੱਗੀ ਹੋਆ, ਤੇ ਅਯੂਬ ਦੇ ਉੱਤੇ ਸ਼ੈਤਾਨ ਦੀ ਅੱਖ ਲੱਗੀ ਹੋ। ਉਹਦੀ ਕਨਫਿਊਜ਼ਨ, ਉਹ ਆਪਣੀ ਕਨਫਿਊਜ਼ਨ ਦੇ ਵਿੱਚ ਇਹ ਸੋਚਦਾ ਪਿਆ, ਕਿਉਂਕਿ ਅਬਰਾਮ ਤੇ ਅਯੂਬ ਦੋਨੇ ਇੱਕੋ ਸਮੇਂ ਹੋਏ। ਉਹ ਇਹ ਸੋਚਦਾ ਪਿਆ ਕਿ ਪ੍ਰਭੂ ਨੇ ਜਿਹੜਾ ਚੁਣਾਵ ਕੀਤਾ ਉਹ ਅਯੂਬ ਦਾ ਕੀਤਾ। ਔਰ ਇਸ ਕਰਕੇ ਜਿਸ ਵੇਲੇ ਉਹ ਸਾਰੀ ਧਰਤੀ ਦੇ ਉੱਤੋਂ ਦੀ ਗਿਆ ਹੈਗਾ, ਤੇ ਉਸਨੂੰ ਪ੍ਰਭੂ ਨੇ ਪੁੱਛਿਆ ਕਿ ਤੂੰ ਮੇਰੇ ਬੰਦੇ ਅਯੂਬ ਨੂੰ ਦੇਖਿਆ? ਉਸਨੇ ਕਿਹਾ ਹਾਂ ਮੈਂ ਦੇਖਿਆ। ਕੱਲ ਨੂੰ ਅਸੀਂ ਉਸ ਦੇ ਬਾਰੇ ਪੜਾਂਗੇ। ਸੋ ਅਬਰਾਮ ਤੇ ਅਯੂਬ ਜਿਹੜੇ ਆ ਉਹ ਸੇਮ ਟਾਈਮ ਦੇ ਵਿੱਚ ਹੋਇਆ, ਔਰ ਉਹਨਾਂ ਦੇ ਵਿੱਚ ਜਿਹੜਾ ਇਹ ਇੱਕੋ ਹੀ ਖਾਨਦਾਨ ਦੇ ਵਿੱਚੋਂ ਹੋਇਆ, ਬਿਕੋਜ਼ ਇਹ ਸਾਰੇ ਸ਼ੈਮ ਦੇ ਖਾਨਦਾਨ ਦੇ ਵਿੱਚੋਂ ਹੋਇਆ। ਔਰ ਪ੍ਰਭੂ ਨੇ ਇੱਥੇ ਇੱਕ ਜਿਸ ਇਨਸਾਨ ਨੂੰ ਉਸਨੇ ਚੁਣਿਆ, ਉਸਦੀ ਕੋਈ ਔਲਾਦ ਨਹੀਂ, ਕੋਈ ਕੁਛ ਨਹੀਂ, ਔਰ ਉਹ ਉਸਦੇ ਉੱਤੇ ਇਸ ਚੀਜ਼ ਦਾ ਧਿਆਨ ਨਹੀਂ ਕੀਤਾ ਜਾ ਸਕਦਾ ਕਿ ਦਿਸ ਇਜ਼ ਦਾ ਚੋਜ਼ਨ। ਪ੍ਰਭੂ ਨੇ ਇਸ ਬੰਦੇ ਨੂੰ ਚੁਣਿਆ ਆਪਣੇ ਲਈ। ਸੋ ਅਸੀਂ ਅਗੇਨ ਜਿਹੜੀ ਦੇਖਦੇ ਪਏ ਹਾਂ ਕਿ ਨੋਹਾ ਦੇ ਵਿੱਚੋਂ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਲਹੂ ਦੀ ਲਾਈਨ, ਜਿਹੜੇ ਉਸਦੇ ਖੂਨ ਦੀ ਲਾਈਨ, ਹੁਣ ਅਸੀਂ ਜਿਹੜਾ ਅਗਲੀ ਜਿਹੜੀ ਪ੍ਰਭੂ ਵਚਨ ਦੇ ਵਿੱਚ, ਬਾਈਬਲ ਦੇ ਵਿੱਚ ਜਿਹੜੀ ਪੀਕ ਦੇਖਦੇ ਪਏ ਹਾਂ, ਉਹ ਅਬਰਾਮ, ਜਿਸ ਨੂੰ ਪ੍ਰਭੂ ਨੇ ਆਵਾਜ਼ ਦਿੱਤੀ। ਤਾਰਾ ਦੇ ਖਾਨਦਾਨ ਦੇ ਵਿੱਚੋਂ ਪ੍ਰਭੂ ਨੇ, ਸ਼ਮ ਦੇ ਖਾਨਦਾਨ ਦੇ ਵਿੱਚੋਂ ਪ੍ਰਭੂ ਨੇ ਇੱਥੇ ਆ ਕੇ ਉਸਨੇ ਨੋਹਾ ਤੋਂ ਬਾਅਦ ਜਿਹੜਾ ਬੰਦਾ ਚੁਣਿਆ ਗਿਆ ਉਹ ਅਬਰਾਮ ਸੀ। ਅਬਰਾਮ ਦੇ ਉੱਤੇ ਪ੍ਰਭੂ ਨੇ ਆਪਣੀ ਬਰਕਤ ਲੈ ਕੇ ਆਇਆ। ਸੋ ਹੁਣ ਅਸੀਂ ਕੱਲ ਨੂੰ ਦੋ ਚੀਜ਼ਾਂ ਸਾਈਡ ਬਾਏ ਸਾਈਡ ਸ਼ੁਰੂ ਕਰਾਂਗੇ। ਕੱਲ ਨੂੰ ਅਸੀਂ ਅਯੂਬ ਦੀ ਪੋਥੀ ਦੇ ਵਿੱਚੋਂ ਥੋੜੀਆਂ ਜਿਹੀਆਂ ਚੀਜ਼ਾਂ ਦੇਖਾਂਗੇ, ਔਰ ਉੱਥੋਂ ਦੇਖਾਂਗੇ ਕਿ ਕਿਸ ਤਰ੍ਹਾਂ ਵੈਰੀ ਦਾ ਸਾਰਾ ਧਿਆਨ ਅਯੂਬ ਤੇ ਲੱਗਾ ਹੈ, ਕਿਉਂਕਿ ਉਹ ਇਹ ਸੋਚਦਾ ਪਿਆ ਕਿ ਦਿਸ ਇਜ਼ ਦ ਵਨ। ਲੇਕਿਨ ਪ੍ਰਭੂ ਨੇ ਕਿਸ ਤਰ੍ਹਾਂ ਇੱਕ ਨਵਾਂ ਕੰਮ ਇਸ ਧਰਤੀ ਦੇ ਉੱਤੇ ਸ਼ੁਰੂ ਕੀਤਾ, ਔਰ ਪ੍ਰਭੂ ਨੇ ਚੁਣਿਆ ਕਿਸ? ਜੋ ਬੇਔਲਾਦ, ਜੋ ਬਾਂਝ, ਜੋ ਸੁਨਸਾਨ। ਉਸੇ ਤਰ੍ਹਾਂ ਅਸੀਂ ਮੁੜ ਕੇ ਉਤਪਤੀ ਦੀਆਂ ਪਹਿਲੀਆਂ ਆਇਤਾਂ ਦੇ ਵਿੱਚ ਆ ਗਏ ਕਿ ਉਸ ਸਮੇਂ ਧਰਤੀ ਤੇ ਹਨੇਰਾ ਤੇ ਉਸ ਸਮੇਂ ਸੀ। ਔਰ ਇਸੇ ਤਰ੍ਹਾਂ ਕਹਿਣ ਦਾ ਮਤਲਬ ਕਿ ਧਰਤੀ ਉਸ ਵੇਲੇ ਬਾਂਝ ਸੀ, ਔਰ ਇਸੇ ਤਰ੍ਹਾਂ ਅਬਰਾਹਮ ਤੇ ਸਾਰਾ ਦੋਨੇ ਬਾਂਝ। ਸੋ ਪ੍ਰਭੂ ਨੇ ਇੱਕ ਨਵੀਂ ਉਤਪਤ ਸ਼ੁਰੂ ਕੀਤੀ, ਨਵਾਂ ਕੰਮ ਉਸਨੇ ਸ਼ੁਰੂ ਕੀਤਾ, ਔਰ ਉੱਥੋਂ ਉਸਨੇ ਪ੍ਰਭੂ ਯਿਸੂ ਮਸੀਹ ਤੱਕ ਲੈ ਕੇ
ਉਹ ਲਹੂ ਦੀ ਪਵਿੱਤਰ ਲਾਈਨ ਜੋ ਪ੍ਰਭੂ ਨੇ ਸ਼ੁਰੂ ਕੀਤੀ। ਪਰ ਅਸੀਂ ਵਚਨ ਦੇ ਵਿੱਚ ਦੇਖਾਂਗੇ ਕਿ ਕੀ ਉਸ ਨੂੰ ਔਖਿਆਂ ਸਮਿਆਂ ਦੇ ਵਿੱਚ ਨਹੀਂ ਮਿਲਣਾ ਪਿਆ? ਆਫ ਕੋਰਸ। ਪਰ ਸਾਡਾ ਪ੍ਰਭੂ ਜਿਹੜਾ ਉਹ ਬਣਾਈਆਂ ਚੀਜ਼ਾਂ ਦੀ ਰੈਨੋਵੇਸ਼ਨ ਨਹੀਂ ਕਰਦਾ, ਉਹ ਰੈਨੋਵੇਟਰ ਨਹੀਂ ਕਰਦਾ, ਉਹ ਨਾ ਹੋਈਆਂ ਚੀਜ਼ਾਂ ਨੂੰ ਪੈਦਾ ਕਰਦਾ। ਪ੍ਰਭੂ ਧਰਤੀ ਤੇ ਬੁਰਿਆਂ ਲੋਕਾਂ ਨੂੰ ਚੰਗਾ ਬਣਾਉਣ ਨਹੀਂ ਆਇਆ ਸੀ, ਉਹ ਮੁਰਦਿਆਂ ਨੂੰ ਜ਼ਿੰਦਗੀ ਦੇਣ ਆਇਆ ਸੀ। ਅਸੀਂ ਜੋ ਆਪਣੇ ਆਪ ਕੰਮਾਂ ਦੇ ਕਾਰਨ ਮਰ ਚੁੱਕੇ ਸੀ, ਯਿਸੂ ਨੇ ਸਾਨੂੰ ਜਿਉਂਦਾ ਕੀਤਾ, ਜ਼ਿੰਦਗੀ ਦੇਣ ਆਇਆ ਸੀ। ਸੋ ਕੱਲ ਨੂੰ ਅਸੀਂ ਤੀਸਰਾ ਹਿੱਸਾ, ਜਿੱਥੇ ਪ੍ਰਭੂ ਨੇ ਖਾਨਦਾਨ ਚੁਣਿਆ, ਉੱਥੋਂ ਸ਼ੁਰੂ ਕਰਾਂਗੇ ਔਰ ਪ੍ਰਭੂ ਦੀ ਇੱਕ ਨਵੀਂ ਉਤਪਤ ਦੇਖਾਂਗੇ ਜੋ ਪ੍ਰਭੂ ਨੇ ਕੀਤੀ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ हैं। बैरी ने बहुत कुछ किया कि तेरा नाम धरती तो मिट जाए, पर तू पवित्र, तू प्यार करने वाला, तू दयालु और कृपालु, तेरी बुद्धि का कोई अंत नहीं। सारी दुनिया नूं मिला के प्रभु जी जिथे जाके साडी बुद्धि खत्म हो जाती है, तेरी बुद्ध उत्थों शुरू होती। जिथे जाके साडी ताकत मुक जाती है, प्यारे प्रभु तेरी ताकत उत्थों शुरू होती। इस धरती ते असी कुछ नहीं बनाया, तेरियां बनाइयां चीजां नूं असी हाले तक ना बनाई। कि क्या तेरी महान प्रभु जी रचना है, और जो उसनू लभदा प्रभु जी असीं उसनू इन्वेंटर कहने, असीं उसते बड़े बड़े नाम रख देते, बड़े बड़े अहुदे देते। प्यारे प्रभु असीं तेरा शुक्र करदे हां कि तू साडा परमेश्वर, तू सानू चुनिया, तू सानू वखरे कीता और अपने लिए प्रभु जी धरती दीयां नीआं रखण तो पहला साडे नाम जीवन दीयां पोथियां च लिखे। इन्हां सब चीज़ां दे लई असीं तेरा शुक्र करदे हां। इस पवित्र वचन दे लई असीं तेरा शुक्र करदे हां जो इतिहास है प्रभु जी, ये साडा इतिहास है, ये दंद कथावां ने, ये सालां महीनियां दिनां दे विच बज्झा पिया। धरती पट्टीए तो प्रभु जी इस दे अज भी जदों उन्हां इलाकियां दीयां धरतियां पट्टियां जांदियां ते खुदावंद अज भी वो सारे सबूत मिलते हैं। इस तरह असीं तेरा शुक्र करते। मैं अपने सब भैणां भरावां नूं तेरे पवित्र हत्थां दे विच दिंदा प्रभु जी। हर एक जन दे नाल तू बनिया रह, बुरे और बुराई तो सानूं बचाए, तेरी दया साडे सब दे नाल बनी रहे। मसीह यीशु दे मिठे और प्यारे नाम च और सारी संगत करे। ब्लेस यू। कल नूं असीं अब्राहम तो शुरू करांगे और असीं देखांगे कि प्रभु ने उसनूं किड्डी वड्डी बरकत दित्ती और असीं उस बरकत दे भाईबंद अज असीं साडे तक पहुंची आ। सो थोड़ा जिहा असीं अयूब दी पोथी नूं देखांगे और उसदे नाल नाल असीं जेनेसिस दे विच उत्पत्ति दे विच चल रहे। इस प्रभु तुहानूं सब नूं बरकत है, तुहाडे सारिआं